हाँ जी प्यारे साथियों, सत श्री अकाल ਸਾਰਿਆਂ ਨੂੰ। ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਆ। ਜਿਵੇਂ ਕਿ ਤੁਹਾਨੂੰ ਪਤਾ ਆਪਾਂ ਜਿਹੜੀ ਆ 7ਵੀਂ ਕਲਾਸ ਦੀ ਹਿਸਟਰੀ ਕਰਦੇ ਪਏ ਆ, ਜਿਹਦੇ ਵਿੱਚ ਆਪਾਂ 6ਵੇਂ ਚੈਪਟਰ ਤੇ ਪਹੁੰਚ ਚੁੱਕੇ ਸੀ। 6ਵਾਂ ਚੈਪਟਰ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਕਾਫੀ ਲੈਂਥੀ ਆ ਤੇ ਉਹ ਆਪਣਾ 3 ਤੋਂ 4 ਪਾਰਟ ਦੇ ਵਿੱਚ ਕਵਰ ਹੋਊਗਾ। ਇਸ ਤੋਂ ਪਹਿਲਾਂ 2 ਪਾਰਟ ਜਿਹੜੇ ਮੈਂ ਅਪਲੋਡ ਕਰ ਚੁੱਕੀ ਆ, ਤੀਜਾ ਪਾਰਟ ਆ ਆਪਣਾ। ਜਿਹੜਾ ਪਹਿਲਾ ਪਾਰਟ ਸੀਗਾ ਹਨਾ, ਇਹ ਆਪਣਾ ਚੈਪਟਰ ਹੈਗਾ ਵਾ ਨਗਰ ਵਪਾਰੀ ਅਤੇ ਸ਼ਿਲਪਕਾਰ। ਇਹ ਜਿਹੜਾ ਚੈਪਟਰ ਆ ਹੌਲੀ ਹੌਲੀ ਸਾਨੂੰ ਕਿੱਥੋਂ ਤੱਕ ਪਹੁੰਚਾ ਦਊਗਾ, ਮਾਡਰਨ ਹਿਸਟਰੀ ਤੱਕ। ਕਿਉਂਕਿ ਦੇਖੋ 7ਵੀਂ ਕਲਾਸ 'ਚ ਸਾਡੀ ਕੀ ਆ, ਮੈਡੀਵਲ ਹਿਸਟਰੀ। 8ਵੀਂ ਕਲਾਸ 'ਚ ਸਾਡੀ ਕੀ ਆ, ਮਾਡਰਨ ਹਿਸਟਰੀ। ਅਸੀਂ ਕੀ ਕਰਦੇ ਪਏ ਆ 7ਵੀਂ ਕਲਾਸ ਦੀ, ਯਾਨੀ ਕਿ ਅਸੀਂ ਕੀ ਕਰਦੇ ਪਏ ਆ, ਅਸੀਂ ਮੈਡੀਵਲ ਹਿਸਟਰੀ ਕਰਦੇ ਪਏ ਆ। ਜਿਹੜਾ ਨਗਰ ਵਪਾਰੀ ਅਤੇ ਸ਼ਿਲਪਕਾਰ ਆ, ਇਹ ਚੈਪਟਰ ਸਾਨੂੰ ਦੱਸਦਾ ਕਿ ਭਾਰਤ ਕਿਵੇਂ ਵਪਾਰ ਦੇ ਤੌਰ ਤੇ, ਉਤਪਾਦਨ ਦੇ ਤੌਰ ਤੇ ਕਿੰਨੀਆਂ ਇਹਦੇ ਵਿੱਚ ਭਾਰਤ ਦੇ ਵਿੱਚ ਵਧੀਆ ਵਧੀਆ ਚੀਜ਼ਾਂ ਸੀਗੀਆਂ। ਹੌਲੀ ਹੌਲੀ ਛੋਟੇ ਮਤਲਬ ਕਿ ਛੋਟੇ ਵਪਾਰੀਆਂ ਤੋਂ ਕਿਵੇਂ ਵੱਡੇ ਵਪਾਰੀ ਬਣਦੇ ਗਏ, ਭਾਰਤ ਤੋਂ ਲੈ ਕੇ ਹੌਲੀ ਹੌਲੀ ਦੂਜੀਆਂ ਬੰਦਰਗਾਹਾਂ ਤੱਕ ਕਿੱਦਾਂ ਵਪਾਰ ਹੁੰਦੇ ਗਏ। ਤੇ ਦੂਜੀ ਵੀਡੀਓ ਦੇ ਵਿੱਚ ਮੈਂ ਦੱਸਿਆ ਕਿ ਜਿਹੜੇ ਯੂਰਪੀ ਵਪਾਰੀ ਉਹ ਭਾਰਤ ਦੇ ਵਿੱਚ ਕਿਵੇਂ ਆਏ, ਜਿਹਦੇ ਵਿੱਚ ਸਪੈਸ਼ਲੀ ਆਪਾਂ ਵਾਸਕੋ ਡੀ ਗਾਮਾ ਦੀ ਗੱਲ ਕੀਤੀ ਸੀ। ਠੀਕ ਆ, ਕਿ ਅੱਜ ਤੱਕ ਤੁਸੀਂ ਇਹੀ ਪੜ੍ਹਦੇ ਆਏ ਕਿ ਵਾਸਕੋ ਡੀ ਗਾਮਾ 1498 ਚ ਆਇਆ। ਤੇ ਪਰ ਉਹਦੇ ਵਿੱਚ ਜਿਹੜਾ ਦੂਜਾ ਪਾਰਟ ਆ ਉਹਦੇ ਵਿੱਚ ਬਹੁਤ ਕਲੈਰੀਫਿਕੇਸ਼ਨ ਕੀਤੀ, ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਅੱਜ ਤੱਕ ਨਹੀਂ ਪਤਾ। ਬਹੁਤੇ ਬੱਚੇ ਤਾਂ ਇਹੀ ਸੋਚਦੇ ਹੋਣਗੇ ਵੀ ਵਾਸਕੋ ਡੀ ਗਾਮਾ ਕੱਲਾ ਆਇਆ ਸੀ। ਕੱਲਾ ਨਹੀਂ ਸੀ ਆਇਆ, 170 ਉਹਦੇ ਨਾਲ ਯਾਤਰੀ ਸੀ ਤੇ 2 ਉਹਦੇ ਨਾਲ 4 ਉਹਦੇ ਨਾਲ ਜਹਾਜ਼, ਜਿਹਦੇ ਵਿੱਚੋਂ 2 ਜਹਾਜ਼ ਉਹਦੇ ਜਾਂਦੇ ਟਾਈਮ, ਵਾਪਸ ਜਾਂਦੇ ਟਾਈਮ ਡੁੱਬ ਜਾਂਦੇ ਆ। ਠੀਕ ਆ, ਸਾਰਾ ਕੁਛ ਜਿਹੜਾ ਵਾ, ਜਿਹੜੇ ਤੇ ਬੱਚੇ ਡਾਇਰੈਕਟ ਹੀ ਤੀਜੇ ਪਾਰਟ ਤੇ ਆ ਗਏ ਆ, ਜਿਨ੍ਹਾਂ ਨੇ ਪਹਿਲੇ 2 ਪਾਰਟ ਨਹੀਂ ਦੇਖੇ, ਇਹ ਇੱਕ ਹੀ ਚੈਪਟਰ ਸਾਡਾ ਚੱਲਦਾ ਪਿਆ ਵਾ ਅਲੱਗ-ਅਲੱਗ ਪਾਰਟ ਦੇ ਵਿੱਚ। ਤੁਹਾਨੂੰ ਪੂਰਾ ਕਨਸੈਪਟ ਫੇਰ ਹੀ ਕਲੈਰੀਫਿਕੇਸ਼ਨ ਉਹਦੀ ਹੋਊਗੀ ਜਦ ਤੱਕ ਤੁਸੀਂ ਪਹਿਲੇ 2 ਪਾਰਟ ਜਿਹੜੇ ਨਹੀਂ ਦੇਖ ਕੇ ਆਉਂਦੇ। ਪਹਿਲੇ 2 ਪਾਰਟ ਜਿਹੜੇ ਆ ਤੁਸੀਂ ਜ਼ਰੂਰ ਦੇਖ ਕੇ ਆਉਣੇ, ਫਿਰ ਤੀਜੇ ਪਾਰਟ ਤੇ ਪਹੁੰਚਣਾ। ਸੋ ਮੁੱਕਦੀ ਗੱਲ ਕੀ, ਆਪਾਂ ਵਾਸਕੋ ਡੀ ਗਾਮਾ ਬਾਰੇ ਚੰਗੀ ਤਰ੍ਹਾਂ ਕਰ ਚੁੱਕੇ ਆ। ਇਸ ਤੋਂ ਬਾਅਦ ਇਸੇ ਹੀ ਚੈਪਟਰ ਦਾ ਪਾਰਟ ਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ। ਕਿਉਂਕਿ ਜਿਵੇਂ ਤੁਹਾਨੂੰ ਪਤਾ ਕਿ ਹੌਲੀ ਹੌਲੀ ਸਾਡੇ ਬਾਹਰਲੀਆਂ ਕੰਪਨੀਆਂ ਐਸਟੈਬਲਿਸ਼ ਹੋਣੀਆਂ, ਈਸਟ ਇੰਡੀਆ ਕੰਪਨੀ ਆਉਣੀ, ਏਦਾਂ ਕਰਕੇ ਹਨਾ, ਉੱਥੋਂ ਤੱਕ ਲਿਜਾਣਾ ਮੈਂ ਤੁਹਾਨੂੰ ਬਹੁਤ ਹੀ ਇੱਕ ਕਹਾਣੀ ਦੀ ਤਰ੍ਹਾਂ, ਸਮਝ ਗਏ। ਇਸ ਤੋਂ ਪਹਿਲਾਂ ਭਾਰਤ ਦੇ 3 ਮੁੱਖ ਕੇਂਦਰ ਰਹੇ ਵਪਾਰ ਦੇ ਤੌਰ ਤੇ, ਹੰਪੀ, ਸੂਰਤ, ਮਸੂਲੀਪਟਨਮ। ਠੀਕ ਆ, ਹੁਣ ਹੁੰਦਾ ਕੀ ਆ ਕਿ ਹੰਪੀ, ਆਪਾਂ ਸਭ ਤੋਂ ਪਹਿਲਾਂ ਹੰਪੀ ਦੇ ਬਾਰੇ ਕਰਨਾ ਇਸ ਵੀਡੀਓ ਦੇ ਵਿੱਚ। ਪਰ ਹੰਪੀ ਤੋਂ ਪਹਿਲਾਂ 1-2 ਪੁਆਇੰਟ ਆ ਬੇਸਿਕ ਜੇ ਹੈਗੇ, ਇੰਪੋਰਟੈਂਟ ਆ। ਠੀਕ ਆ, ਕਾਬਲ ਜਿਹੜਾ ਵਾ ਉਹ ਬਹੁਤ ਹੀ ਇੰਪੋਰਟੈਂਟ ਆ ਵਪਾਰ ਦੇ ਪੱਖ ਤੋਂ। ਜਿਹੜਾ ਸਾਡਾ 6ਵਾਂ ਚੈਪਟਰ ਆ ਇਹ NCERT ਦਾ, ਉਹਦਾ ਕੱਲਾ ਸ਼ਬਦ, ਕੱਲੀ ਲਾਈਨ ਟਰਾਂਸਲੇਟ ਕੀਤੀ। ਇਹ ਨਹੀਂ ਕਿ ਮੈਂ ਇੰਪੋਰਟੈਂਟ ਵਿੱਚੋਂ ਕੱਢ ਕੇ ਤੇ ਮੈਂ ਛੱਡੀ ਜਾ ਰਹੀ ਹਾਂ, ਸਾਰਾ ਕੁਛ ਹੀ ਬਰੀਕੀ ਦੇ ਨਾਲ ਕਰਵਾ ਰਹੀ ਹਾਂ। ਸੋ ਇਸ ਚੈਪਟਰ ਦੇ ਵਿੱਚ ਕਾਬਲ ਬਾਰੇ ਦਿੱਤੀ ਗਈ ਜਾਣਕਾਰੀ। ਇਹ ਕਹਿੰਦੇ ਆ ਕਾਬਲ ਆਪਣੇ ਭੂ ਦ੍ਰਿਸ਼ਟੀ ਨਾਲ 16ਵੀਂ ਸਦੀ ਤੋਂ ਰਾਜਨੀਤਿਕ ਅਤੇ ਵਣਜੀਕਰਨ ਦ੍ਰਿਸ਼ਟੀ ਤੋਂ ਮਹੱਤਵਪੂਰਨ ਬਣਿਆ ਰਿਹਾ ਹੈ। ਠੀਕ ਹੈ, ਭੂਮੀ ਦ੍ਰਿਸ਼ਟੀ ਤੋਂ, ਜਾਂ ਕਹਿ ਲਓ ਵੀ ਉੱਥੋਂ ਦੀ ਭੂਮੀ ਬੜੀ ਵਧੀਆ ਸੀ, ਉਤਪਾਦਨ ਦੇ ਤੌਰ ਤੇ, ਵਣਜ ਦੇ ਤੌਰ ਤੇ ਉਹ ਮਹੱਤਵਪੂਰਨ ਰਿਹਾ ਕਾਬਲ। ਠੀਕ ਆ, ਅਫਗਾਨਿਸਤਾਨ ਦੇ ਲਾਗੇ ਆ, ਪਤਾ ਨਾ ਕਾਬਲ, ਕੰਧਾਰ, ਜਿੱਥੇ ਸਾਡੇ ਗੁਰੂ ਨਾਨਕ ਦੇਵ ਜੀ ਉਦਾਸੀਆਂ ਕਰਦੇ, ਕਾਬਲ ਕੰਧਾਰ ਵੀ ਪਹੁੰਚੇ ਸੀ, ਪਤਾ ਨਾ ਤੁਹਾਨੂੰ। ਠੀਕ ਆ, ਜਿਹੜਾ ਵਲੀ ਕੰਧਾਰੀ ਵਾਲੀ ਸਾਖੀ ਤੁਸੀਂ ਸੁਣੀ ਹੋਊਗੀ ਹਨਾ, ਜਿਹੜੇ ਥੋੜਾ ਬਹੁਤਾ ਟੱਚ ਰੱਖਦੇ ਆ ਸਿੱਖੀ ਦੇ ਨਾਲ ਉਹਨਾਂ ਨੂੰ ਪਤਾ ਹੋਊ। ਕਾਬਲ ਕੰਧਾਰ ਰੇਸ਼ਮ ਮਾਰਗ ਨਾਲ ਜੁੜੇ ਸਨ। ਕਹਿੰਦੇ ਵੀ ਹੁਣ ਪੁੱਛਿਆ ਜਾ ਸਕਦਾ ਵਾ ਵੀ ਰੇਸ਼ਮ ਮਾਰਗ ਨਾਲ ਹੇਠ ਲਿਖਿਆਂ ਵਿੱਚੋਂ ਕਿਹੜੇ ਇਲਾਕੇ ਜੁੜੇ ਸੀ, ਕਿਉਂਕਿ ਜਦੋਂ ਸਾਨੂੰ NCERT ਤੋਂ ਹਿਸਟਰੀ ਆ ਗਈ ਫਿਰ ਸਾਨੂੰ ਕਿਤੇੋਂ ਵੀ ਪੁਆਇੰਟ ਚੱਕਿਆ ਜਾ ਸਕਦਾ। ਸੋ ਮੇਰੀ ਕੋਸ਼ਿਸ਼ ਆ ਵੀ ਆਪਾਂ ਕੋਈ ਵੀ ਪੁਆਇੰਟ ਨਾ ਛੱਡੀਏ। ਕਹਿੰਦੇ ਕਾਬਲ ਤੇ ਕੰਧਾਰ, ਜਿਹੜੇ ਕਾਬਲ ਤੇ ਕੰਧਾਰ ਸੀਗੇ ਇਹ ਰੇਸ਼ਮ ਮਾਰਗ ਦੇ ਨਾਲ ਜੁੜੇ ਸੀ, ਯਾਨੀ ਕਿ ਉਹ ਰਸਤਾ ਕਾਬਲ ਕੰਧਾਰ ਥਾਣੀ ਲੰਘਦਾ ਸੀ ਜਿਹੜੇ ਰਸਤੇ ਤਾਈਂ ਰੇਸ਼ਮ ਦਾ ਵਪਾਰ ਹੁੰਦਾ ਸੀ। ਫਿਰ ਇਹ ਕਹਿੰਦੇ ਆ ਘੋੜਿਆਂ ਦਾ ਵਪਾਰ ਇਸੇ ਮਾਰਗ ਰਾਹੀਂ ਹੁੰਦਾ ਸੀ। ਦੇਖੋ ਯਾਦ ਰੱਖਿਓ, ਠੀਕ ਆ, ਇੱਕ ਇਹਨਾਂ ਨੇ ਗੱਲ ਕੀ, ਰੇਸ਼ਮ ਮਾਰਗ, ਇੱਕ ਤਾਂ ਰੇਸ਼ਮ ਮਾਰਗ ਇਹਦੇ ਨਾਲ ਜੁੜਿਆ ਸੀ, ਦੂਜਾ ਕਹਿੰਦੇ ਆ ਇਸੇ ਮਾਰਗ ਦੇ ਨਾਲ ਰੇਸ਼ਮ ਤੇ ਘੋੜੇ, ਇੱਕ ਇਸੇ ਮਾਰਗ ਰਾਹੀਂ ਘੋੜਿਆਂ ਦਾ ਵਪਾਰ ਜਿਹੜਾ ਹੁੰਦਾ ਸੀ। ਫਿਰ ਇਹ ਕਹਿੰਦੇ ਆ
17ਵੀਂ ਸਦੀ ਵਿੱਚ ਹੀਰਿਆਂ ਦਾ ਸੌਦਾਗਰ ਬੇਪਿਸਟੇ ਦਾ ਨਾਮ ਯਾਦ ਰੱਖਿਓ। ਇਹ ਸੀਟੈਟ ਦੇ ਵਿੱਚ ਪੁੱਛਿਆ ਜਾ ਚੁੱਕਾ ਵਾ ਆਨਲਾਈਨ ਪੇਪਰ ਦੇ ਵਿੱਚ, ਠੀਕ ਆ। ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਆਨਲਾਈਨ ਪੇਪਰ ਹੁੰਦੇ ਸੀ ਪਹਿਲਾਂ, ਕਿਉਂਕਿ ਹੁਣ ਤਾਂ ਆਫਲਾਈਨ ਕਰਤੇ, ਪਹਿਲਾਂ ਆਨਲਾਈਨ ਹੁੰਦੇ ਸੀ, ਉਹਦੇ ਵਿੱਚ ਪੁੱਛਿਆ ਗਿਆ ਸੀ ਹੀਰਿਆਂ ਦੇ ਸੌਦਾਗਰ ਬਾਰੇ। 17ਵੀਂ ਸਦੀ ਦੇ ਵਿੱਚ ਨਾ ਇੱਕ ਹੀਰਿਆਂ ਦਾ ਸੌਦਾਗਰ ਸੀਗਾ ਬੇਪਿਸਟੇ ਟੈਵਨੀਅਰ, ਇਹਦਾ ਨਾਮ ਕੀ ਆ? ਬੇਪਿਸਟੇ ਟੈਵਨੀਅਰ, ਠੀਕ ਆ। ਨੇ ਅਨੁਮਾਨ ਲਗਾਇਆ ਸੀ ਕਿ ਕਾਬਲ ਵਿੱਚ ਘੋੜਿਆਂ ਦਾ ਵਪਾਰ ਹਰ ਸਾਲ 30,000 ਰੁਪਏ ਹੁੰਦਾ। ਵੇਖੋ ਅੱਜ ਦੇ ਸਮੇਂ ਦੇ ਵਿੱਚ, ਕਿਉਂਕਿ 17ਵੀਂ ਸਦੀ ਦੀ ਗੱਲ ਆ, ਹੁਣ 21ਵੀਂ ਸਦੀ ਚੱਲਦੀ ਪਈ ਆ, ਮਤਲਬ ਉਸ ਸਮੇਂ, ਅੱਜ ਦੇ ਸਮੇਂ 30,000 ਰੁਪਇਆ ਵੀ ਬਹੁਤ ਆ। ਤੇ ਤੁਸੀਂ ਉਸ ਸਮੇਂ ਸੋਚ ਕੇ ਵੇਖੋ ਵੀ ਉਸ ਸਮੇਂ ਦਾ 30,000 ਰੁਪਇਆ ਕਿੰਨੀ ਵੱਡੀ ਰਕਮ ਹੋਊਗਾ। ਕਹਿੰਦੇ ਇਹ ਜਿਹੜਾ ਬੇਪਿਸਟੇ ਆ, ਇਹ ਕਹਿੰਦਾ ਟੈਵਨੀਅਰ ਕਹਿੰਦਾ ਕਿ ਕਾਬਲ ਦੇ ਵਿੱਚ ਜਿਹੜਾ ਘੋੜਿਆਂ ਦਾ ਵਪਾਰ ਹੀ ਹਰ ਸਾਲ 30,000 ਰੁਪਏ ਦਾ ਹੁੰਦਾ ਸੀ। 30,000 ਰੁਪਏ ਜ਼ਿਆਦਾ ਮੁਨਾਫਾ ਹੁੰਦਾ ਸੀ, ਠੀਕ ਹੈ, ਇਸ ਘੋੜਿਆਂ ਦੇ ਵਪਾਰ ਰਾਹੀਂ। ਕਹਿੰਦੇ ਜੋ ਉਹਨਾਂ ਦਿਨਾਂ ਵਿੱਚ ਕਾਫੀ ਵੱਡੀ ਰਕਮ ਹੁੰਦੀ ਸੀ। ਉਹੀ ਚੀਜ਼ ਜਿਹੜੀ ਮੈਂ ਤੁਹਾਨੂੰ ਹੁਣੇ ਦੱਸੀ ਆ ਵੀ ਅੱਜ ਦੇ ਸਮੇਂ 'ਚ 30,000 ਰੁਪਇਆ ਕਿੰਨਾ ਵਾ, ਠੀਕ ਆ, ਤੇ ਉਸ ਸਮੇਂ ਕਿੰਨੀ ਵੱਡੀ ਰਕਮ ਹੋਊਗਾ ਸਾਨੂੰ ਸਾਰਿਆਂ ਨੂੰ ਪਤਾ। ਫਿਰ ਇਹ ਕਹਿੰਦੇ ਕਾਬਲ ਵਿੱਚ ਮੇਵੇ, ਠੀਕ ਹੈ, ਕਾਬਲ ਵਿੱਚ ਮੇਵੇ, ਖਜੂਰ, ਗਲੀਚੇ, ਗਲੀਚੇ ਜਿਹੜੇ ਗਲੀਚੇ ਹੁੰਦੇ, ਦਰੀਆਂ ਗਲੀਚੇ, ਠੀਕ ਹੈ, ਮੇਵੇ, ਖਜੂਰ, ਗਲੀਚੇ, ਰੇਸ਼ਮੀ ਕੱਪੜੇ ਅਤੇ ਤਾਜ਼ੇ ਫਲ ਲੱਦ ਕੇ ਲਿਆਂਦੇ ਜਾਂਦੇ ਸੀ, ਹਨਾ, ਲੱਦ ਕੇ ਲਿਆਂਦੇ ਜਾਂਦੇ ਸੀ। ਹੁਣ ਸਾਡੇ ਮਾਝੇ 'ਚ ਤਾਂ ਐਂ ਹੀ ਕਹਿੰਦੇ ਆ, ਲੱਦ ਕੇ ਲਿਆਂਦੇ। ਮਾਲਵੇ ਦੁਆਬੇ ਮੈਨੂੰ ਇਹ ਨਹੀਂ ਪਤਾ ਵੀ ਉੱਥੇ ਲੱਦ ਕੇ ਲਿਆਉਣ ਲਈ ਕਿਹੜਾ ਸ਼ਬਦ ਯੂਜ਼ ਕਰਦੇ ਆ, ਤੁਸੀਂ ਆਪਦੀ ਲੈਂਗੁਏਜ ਦੇ ਹਿਸਾਬ ਨਾਲ ਸਮਝ ਲਿਓ ਵੀ ਇਹ ਜਿਹੜੀਆਂ ਚੀਜ਼ਾਂ ਹੀ, ਮੇਵੇ ਹੋਏ, ਖਜੂਰ ਹੋਏ, ਗਲੀਚੇ ਹੋਏ, ਰੇਸ਼ਮੀ ਕੱਪੜੇ ਹੋਏ, ਇਹ ਲੱਦ ਕੇ ਲਿਆਂਦੇ ਜਾਂਦੇ ਸੀ, ਠੀਕ ਆ। ਫਿਰ ਇਹ ਕਹਿੰਦੇ ਆ ਜੋ ਉਪ ਮਹਾਦੀਪ ਦੇ ਕਈ ਭਾਗਾਂ ਤੱਕ ਵੇਚੇ ਜਾਂਦੇ ਸੀ। ਕਹਿੰਦੇ ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ? ਕਹਿੰਦੇ ਕਾਬਲ ਤੋਂ ਕੀ ਲੱਦ ਕੇ ਲਿਆਂਦਾ ਜਾਂਦਾ ਸੀ? ਮੇਵੇ, ਖਜੂਰ, ਗਲੀਚੇ, ਰੇਸ਼ਮੀ ਕੱਪੜੇ, ਤਾਜ਼ੇ ਫਲ, ਠੀਕ ਹੈ। ਜਦੋਂ ਇਹ ਲੱਦ ਕੇ ਲਿਆਂਦੇ ਜਾਂਦੇ ਸੀ ਤੇ ਇਹਦਾ ਮਤਲਬ ਵੇਚਣ ਲਈ ਲੱਦ ਕੇ ਲਿਆਂਦੇ ਜਾਂਦੇ ਸੀ, ਤੇ ਫਿਰ ਕਿੱਥੋਂ ਤੱਕ ਵੇਚੇ ਜਾਂਦੇ ਸੀ? ਉਪ ਮਹਾਦੀਪ ਤੱਕ। ਕਹਿੰਦੇ ਇੱਥੋਂ ਤੱਕ ਵੀ ਗੁਲਾਮੀ ਦੀ ਵੀ ਵਿਕਰੀ ਹੁੰਦੀ ਸੀ। ਗੁਲਾਮੀ ਦੀ ਨਹੀਂ, ਸੌਰੀ, ਗੁਲਾਮਾਂ ਦੀ ਵਿਕਰੀ ਹੁੰਦੀ ਸੀ। ਮਤਲਬ ਸਾਹ ਚੜਦਾ ਕਿਉਂਕਿ ਠੰਡ ਵੀ ਜ਼ਿਆਦਾ ਲੱਗਦੀ, ਉਹਦਾ ਕਰਕੇ ਬੋਲਣ 'ਚ ਥੋੜੀ ਪ੍ਰੋਬਲਮ ਆਉਂਦੀ ਆ। ਕਹਿੰਦੇ ਕਿ ਗੁਲਾਮਾਂ, ਇੱਕ ਚੀਜ਼ ਯਾਦ ਰੱਖਿਓ, ਜਦੋਂ ਗੱਲ ਆਵੇ ਨਾ ਕਿ ਕਾਬਲ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਲੱਦ ਕੇ ਲਿਆ ਕੇ ਵੇਚੀਆਂ ਜਾਂਦੀਆਂ ਸੀ, ਮੇਵੇ ਹੋਏ, ਖਜੂਰ ਹੋਏ, ਗਲੀਚੇ ਹੋਏ, ਤਾਜ਼ੇ ਫਲ ਹੋਏ, ਤੇ ਨਾਲ ਇੱਕ ਚੀਜ਼ ਹੋਰ ਯਾਦ ਰੱਖਣੀ ਜਿਹੜੀ ਉਹਨਾਂ ਨੇ ਐਕਸਟਰਾ ਦਿੱਤੀ ਹੈ, ਤੇ ਉਹ ਇੰਪੋਰਟੈਂਟ ਆ ਕਿਉਂਕਿ ਵੱਖਰੀ ਜਿਹੀ ਚੀਜ਼ ਜਿਹੜੀ ਉਹ ਪੁੱਛੀ ਜਾਂਦੀ। ਇਹਨਾਂ ਨੇ ਕਿਹਾ ਕਿ ਗੁਲਾਮਾਂ ਦੀ ਵੀ ਵਿਕਰੀ ਹੁੰਦੀ। ਮਤਲਬ ਜੇ ਕਿਸੇ ਨੂੰ ਗੁਲਾਮ ਚਾਹੀਦਾ ਸੀ, ਕਿਸੇ ਨੇ ਦਾਸ ਰੱਖਣਾ ਹੁੰਦਾ ਸੀ ਕਿਸੇ ਬੰਦੇ ਨੂੰ, ਮਤਲਬ ਨੀਵੀਂ ਜਾਤੀ ਵਾਲੇ ਨੂੰ ਉਹ ਗੁਲਾਮ ਦੇ ਤੌਰ ਤੇ ਵੇਚ ਦਿੰਦੇ ਸੀ, ਠੀਕ ਹੈ। ਮਤਲਬ ਕੋਈ ਛੋਟੀ ਜਾਤੀ ਦਾ ਬੱਚਾ ਹੋਣਾ, ਹਨਾ, ਤੇ ਉਹਨੂੰ ਨਾਲੇ ਪਾਲਣਾ, ਨਾਲੇ ਉਹਨੂੰ ਗੁਲਾਮ ਬਣਾ ਕੇ ਰੱਖਣਾ, ਇਸ ਤਰੀਕੇ ਦੇ ਨਾਲ ਜਿਵੇਂ ਅਸੀਂ ਦਿੱਲੀ ਸਲਤਨਤ ਪੜ੍ਹਦੇ ਹਾਂ, ਉਹਦੀ ਸ਼ੁਰੂਆਤ ਕਰਦੇ ਹਾਂ, ਠੀਕ ਉਸੇ ਤਰ੍ਹਾਂ ਹੀ, ਠੀਕ ਆ। ਨਾਲ ਯਾਦ ਰੱਖਿਓ ਕਿ ਗੁਲਾਮਾਂ ਦੀ ਵੀ ਵਿਕਰੀ ਹੁੰਦੀ ਸੀ। ਜੇ ਕਿਸੇ ਨੂੰ ਗੁਲਾਮ ਚਾਹੀਦਾ ਹੁੰਦਾ ਸੀ, ਕੋਈ ਦਾਸ ਚਾਹੀਦਾ ਹੁੰਦਾ ਸੀ, ਤੇ ਉਹ ਕਾਬਲ ਤੋਂ ਖਰੀਦ ਕੇ ਲਿਜਾ ਸਕਦਾ ਸੀ। ਇਸ ਤੋਂ ਬਾਅਦ ਇੱਕ ਨਗਰ ਆਉਂਦਾ ਵਾ ਬੀਦਰੀ। ਬੀਦਰੀ ਨਗਰ ਦੀ ਸ਼ਿਲਪ ਕਲਾ ਦੇ ਬਾਰੇ ਗੱਲ ਕਰਨੀ ਆ ਕਿਉਂਕਿ ਬੀਦਰੀ ਦਾ ਕੁਐਸਚਨ ਜਿਹੜਾ ਵਾ ਸ਼ਿਲਪਕਾਰੀ ਦਾ, ਉਹ ਆਲਰੇਡੀ ਪੁੱਛਿਆ ਜਾ ਚੁੱਕਿਆ ਵਾ, ਠੀਕ ਹੈ। ਉਹਦੇ ਬਾਰੇ ਪੜ੍ਹਦੇ ਹਾਂ ਤੇ ਇਸ ਤੋਂ ਬਾਅਦ ਆਪਣੀ ਸਟਾਰਟਿੰਗ ਹੋਊਗੀ ਹੰਪੀ ਨਗਰ ਦੀ। ਦੇਖੋ ਇਹ ਕਹਿੰਦੇ ਬੀਦਰੀ ਦੇ ਸ਼ਿਲਪਕਾਰ। ਬੀਦਰੀ ਇੱਕ ਇਲਾਕੇ ਦਾ ਨਾਮ ਪਿਆ, ਪਰ ਇਲਾਕੇ ਦਾ ਨਾਮ ਕਿਵੇਂ ਪਿਆ ਉਹਦੇ ਬਾਰੇ ਆਪਾਂ ਕਲੈਰੀਫਿਕੇਸ਼ਨ ਕਰਾਂਗੇ। ਪਹਿਲਾਂ ਕਹਿੰਦੇ ਬੀਦਰੀ ਦੇ ਸ਼ਿਲਪਕਾਰ ਤਾਂਬੇ, ਠੀਕ ਹੈ, ਯਾਦ ਰੱਖਿਓ, ਤਾਂਬੇ ਅਤੇ ਚਾਂਦੀ ਦੀ ਜੜਾਈ ਦੇ ਕੰਮ ਲਈ ਇੰਨੇ ਪ੍ਰਸਿੱਧ ਸਨ ਕਿ ਉਹਨਾਂ ਦਾ ਨਾਮ ਹੀ ਬੀਦਰੀ ਪੈ ਗਿਆ। ਦੇਖੋ ਮਤਲਬ ਬੀਦਰੀ ਸੀਗਾ ਇੱਕ ਇਲਾਕਾ ਸੀ, ਹਨਾ, ਬੀਦਰੀ ਕਿਸੇ ਜਗ੍ਹਾ ਦਾ ਨਾਮ ਸੀ। ਹੁਣ ਉੱਥੋਂ ਦੇ ਕੀ ਸੀ? ਉੱਥੋਂ ਦੇ ਜਿਹੜੇ ਸ਼ਿਲਪਕਾਰ ਸੀ, ਠੀਕ ਹੈ, ਉਹ ਕਾਹਦੀ ਜੜਾਈ ਕਰਦੇ ਸੀ? ਤਾਂਬੇ ਦੀ ਤੇ ਚਾਂਦੀ ਦੀ। ਯਾਦ ਰੱਖਿਓ, ਪੁੱਛਿਆ ਜਾ ਸਕਦਾ ਕਿ ਬੀਦਰੀ ਦੇ ਜਿਹੜੇ ਸ਼ਿਲਪਕਾਰ ਸੀ ਉਹ ਕਾਹਦੀ ਜੜਾਈ ਕਰਦੇ ਸੀ? ਤਾਂਬੇ ਦੀ ਤੇ ਚਾਂਦੀ ਦੀ। ਕਿਉਂਕਿ ਆਪਸ਼ਨਾਂ ਲਿਖੀਆਂ ਹੋਣਗੀਆਂ ਤਾਂਬਾ, ਚਾਂਦੀ, ਸੋਨਾ, ਹੀਰਾ, ਏਦਾਂ ਕਰਕੇ A B D C ਏਦਾਂ ਕਰਕੇ, ਠੀਕ ਆ।
ਤੇ ਉਹ ਤੁਸੀਂ ਯਾਦ ਰੱਖਿਓ ਤਾਂਬੇ ਅਤੇ ਚਾਂਦੀ ਦੀ ਜੜਾਈ ਕਰਦੇ ਸੀ, ਇਸੇ ਹੀ ਕਰਕੇ ਉਹਨਾਂ ਦਾ ਨਾਂ ਹੀ ਬਿਦਰੀ ਪੈ ਗਿਆ। ਕਹਿੰਦੇ ਮਸ਼ਹੂਰ ਹੀ ਬਹੁਤ ਜ਼ਿਆਦਾ ਹੀ ਫੇਮਸ ਸੀ ਅਗਲੇ, ਤਾਂ ਕਰਕੇ ਉਹਨਾਂ ਦੇ ਇਲਾਕੇ ਦਾ ਵੀ ਨਾਮ ਬਿਦਰੀ ਪੈ ਗਿਆ। ਫਿਰ ਕਹਿੰਦੇ ਪੰਚਾਲ ਅਰਥਾਤ ਵਿਸ਼ਕਰਮਾ, ਵਿਸ਼ਕਰਮਾ ਦਾ ਪਤਾ ਨਾ, ਦੀਵਾਲੀ ਤੋਂ ਬਾਅਦ, ਦੀਵਾਲੀ ਤੋਂ ਇੱਕ ਦਿਨ ਬਾਅਦ ਵਿਸ਼ਕਰਮਾ ਡੇ ਆਉਂਦਾ ਹਨਾ, ਜਿਹਦੇ ਵਿੱਚ ਮਤਲਬ ਜਿਹੜੇ ਤਰਖਾਣ ਲੁਹਾਰ ਹੁੰਦੇ ਆ, ਜਿਹੜੇ ਦੁਕਾਨਾਂ ਵਾਲੇ ਆ, ਤਰਖਾਣਾ ਤਰਖੂਣ ਹਨਾ, ਉਹ ਕਿੰਨਾ ਵਧੀਆ ਸੈਲੀਬ੍ਰੇਟ ਕਰਦੇ ਆ। ਠੀਕ ਆ, ਸੁਣਿਓ ਧਿਆਨ ਨਾਲ। ਕਹਿੰਦੇ ਪੰਚਾਲ ਅਰਥਾਤ ਵਿਸ਼ਕਰਮਾ ਸਮੁਦਾਇ ਜਿਨ੍ਹਾਂ ਵਿੱਚ ਲੁਹਾਰ ਰਾਜ ਮਿਸਤਰੀ, ਰਾਜ ਮਿਸਤਰੀ ਕੌਣ ਹੁੰਦੇ ਆ ਪਤਾ ਨਾ, ਲੁਹਾਰ ਰਾਜ ਮਿਸਤਰੀ ਸ਼ਾਮਿਲ ਸਨ। ਕਹਿੰਦੇ ਉਹ ਮੰਦਿਰਾਂ ਦੇ ਨਿਰਮਾਣ ਲਈ ਜ਼ਰੂਰੀ ਸਨ। ਉਹ ਤਾਂ ਪਤਾ ਹੀ ਆ ਸਾਨੂੰ ਕਿ ਜਦੋਂ ਕਿਸੇ ਵੀ ਮੰਦਿਰ ਦਾ, ਕਿਸੇ ਵੀ ਜਗ੍ਹਾ ਦਾ ਨਿਰਮਾਣ ਕਰਨਾ ਵਾ, ਉਹਦੇ ਲਈ ਲੁਹਾਰਾਂ ਦੀ ਲੋੜ ਵੀ ਪਊਗੀ, ਉਹਦੇ ਲਈ ਰਾਜ ਮਿਸਤਰੀ ਦੀ ਵੀ ਲੋੜ ਪਊਗੀ। ਕਹਿੰਦੇ ਇਸ ਤੋਂ ਇਲਾਵਾ ਵੱਡੇ ਵੱਡੇ ਰਾਜ ਮਹਿਲ, ਵੱਡੇ ਵੱਡੇ ਭਵਨ, ਠੀਕ ਹੈ, ਤਲਾਬ ਆਦਿ ਡੈਮਾਂ ਦੇ ਨਿਰਮਾਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ। ਕਹਿੰਦੇ ਇਹ ਨਹੀਂ ਸੀ ਵੀ ਜਿਹੜੇ ਰਾਜ ਮਿਸਤਰੀ ਤੇ ਲੁਹਾਰ ਸੀ ਉਹ ਸਿਰਫ ਮੰਦਿਰਾਂ ਦੇ ਨਿਰਮਾਣ ਲਈ ਜ਼ਰੂਰੀ ਸੀ। ਕਹਿੰਦੇ ਨਾਲ ਦੀ ਨਾਲ ਵੱਡੇ ਵੱਡੇ ਰਾਜ ਮਹਿਲ, ਵੱਡੇ ਵੱਡੇ ਭਵਨ, ਤਲਾਬ, ਡੈਮ, ਇਹਨਾਂ ਵਾਸਤੇ ਵੀ ਰਾਜ ਮਿਸਤਰੀ ਤੇ ਲੁਹਾਰਾਂ ਦੀ ਲੋੜ ਪੈਂਦੀ ਸੀ। ਠੀਕ ਆ, ਇੱਕ ਇੱਕ ਪੁਆਇੰਟ ਨੂੰ ਪ੍ਰੋਪਰ ਕਲੈਰੀਫਿਕੇਸ਼ਨ ਕਰਕੇ ਕਰਵਾਉਣ ਦਾ ਮਤਲਬ ਇਹ ਆ, ਫੋਕਸ ਆ ਫਿਲਹਾਲ ਆਪਣਾ 21 ਤੋਂ ਪਹਿਲਾਂ ਸੀਟੈਟ ਵਾਲਿਆਂ ਵਾਸਤੇ, ਕਿਉਂਕਿ ਸੀਟੈਟ ਦੇ ਵਿੱਚ ਜ਼ਿਆਦਾਤਰ ਸਟੇਟਮੈਂਟ ਪੁੱਛੀਆਂ ਜਾਂਦੀਆਂ। ਠੀਕ ਆ, ਫਿਰ ਇਹ ਕਹਿੰਦੇ ਆ ਸ਼ਾਲੀਆਰ, ਠੀਕ ਆ, ਹਿੰਦੀ ਚ ਲਿਖਿਆ ਇਹਨਾਂ ਨੇ ਬੁੱਕ ਤੇ, ਸ਼ਾਲੀਆਰ ਤੇ ਕੋਕੋਲਾਰ ਇਲਾਕਿਆਂ ਦੇ ਨਾਮ ਆ। ਸ਼ਾਲੀਆਰ ਤੇ ਕੋਕੋਲਾਰ ਵਰਗੇ ਬੁਣਕਰ, ਬੁਣਕਰ ਕੌਣ ਹੁੰਦੇ, ਜਿਹੜੇ ਕੁਛ ਨਾ ਕੁਛ ਬੁਣ ਕੇ ਕੋਈ ਕੱਪੜਾ ਤਿਆਰ ਕਰਦੇ। ਠੀਕ ਆ, ਬੁਣਕਰ ਵੀ ਸ਼ਕਤੀਸ਼ਾਲੀ ਸਮੁਦਾਇ ਬਣ ਗਏ ਜੋ ਮੰਦਿਰਾਂ ਨੂੰ ਭਾਰੀ ਦਾਨ ਕਰਦੇ ਸੀ। ਠੀਕ ਹੈ, ਪਹਿਲਾਂ ਤੇ ਉਹ ਜਦੋਂ ਕੁਛ ਨਾ ਕੁਛ ਬੁਣਦੇ ਸੀ ਘਰ ਦੇ ਵਿੱਚ, ਪਹਿਲਾਂ ਤਾਂ ਉਹ ਆਪਣੀਆਂ ਨਿੱਜੀ ਲੋੜਾਂ ਵਾਸਤੇ ਕਰਦੇ ਸੀ। ਠੀਕ ਹੈ, ਹੌਲੀ ਹੌਲੀ ਕੀ ਹੋਇਆ ਵੀ ਉਹਨਾਂ ਨੇ ਆਪਣਾ ਕੋਈ ਛੋਟਾ ਮੋਟਾ ਕਿੱਤਾ ਖੋਲ ਲਿਆ। ਉਸ ਕਿੱਤੇ ਦੇ ਰਾਹੀਂ ਕੀ ਹੋਇਆ ਵੀ ਉਹਨਾਂ ਦਾ ਜਿਹੜਾ ਬੁਣਕਰ ਵਾਲਾ ਕਿੱਤਾ ਸੀ, ਕੁਛ ਨਾ ਕੁਛ ਬੁਣਦੇ ਸੀ, ਉਹ ਇੰਨੇ ਕੁ ਜ਼ਿਆਦਾ ਸ਼ਕਤੀਸ਼ਾਲੀ ਹੋ ਗਏ ਵੀ ਉਹਨਾਂ ਕੋਲ ਇੰਨੀ ਕੁ ਜ਼ਿਆਦਾ ਕਹਿ ਲਓ ਵੀ ਆ ਗਈ ਪ੍ਰਾਪਰਟੀ ਵਗੈਰਾ ਜੋ ਵੀ ਆ। ਠੀਕ ਆ, ਕਹਿੰਦੇ ਵੀ ਉਹ ਮੰਦਿਰਾਂ ਨੂੰ ਭਾਰੀ ਦਾਨ ਕਰਨ ਲੱਗ ਗਏ। ਕਹਿੰਦੇ ਵਸਤਰ ਨਿਰਮਾਣ ਦੇ ਕੰਮ ਜਿਵੇਂ ਕਪਾਹ ਨੂੰ ਸਾਫ਼ ਕਰਨਾ, ਕੱਤਣਾ ਅਤੇ ਰੰਗਣਾ ਵੀ ਸੁਤੰਤਰ ਕਿੱਤੇ ਬਣ ਗਏ। ਇੱਥੇ ਕਿੱਤਾ ਨਹੀਂ ਲਿਖਿਆ, ਮਿਸ ਹੋ ਗਿਆ ਮੇਰੇ ਕੋਲ। ਠੀਕ ਆ, ਯਾਦ ਰੱਖਿਓ। ਠੀਕ ਹੈ, ਸ਼ਾਲੀਆਰ ਤੇ ਕੋਕੋਲਾਰ ਤੇ ਠੀਕ ਆ, ਪੁੱਛਿਆ ਜਾ ਸਕਦਾ ਕਿ ਸ਼ਾਲੀਆਰ ਤੇ ਕੋਕੋਲਾਰ ਕੀ ਸਨ। ਪਤਾ ਆਪਸ਼ਨਾਂ ਕਿੱਦਾਂ ਆਉਣੀਆਂ ਵਾ, ਬੁਣਕਰ ਸੀ, ਲੁਹਾਰ ਸੀ, ਰਾਜ ਮਿਸਤਰੀ ਸੀ ਜਾਂ ਕੀ ਸੀ। ਯਾਦ ਰੱਖਿਓ ਜਿਹੜੇ ਸ਼ਾਲੀਆਰ ਤੇ ਕੋਕੋਲਰ ਸੀਗੇ ਇਹ ਬੁਣਕਰ ਸੀਗੇ। ਇਸ ਤਰੀਕੇ ਮੈਂ ਨਾਲ ਹੀ ਦੱਸਦੀ ਜਾਂਦੀ ਆ ਵੀ ਕੁਐਸਚਨ ਕਿਵੇਂ ਬਣਨੇ ਆ, ਇਹੀ ਤਾਂ ਐਕਸਪੀਰੀਅੰਸ ਹੁੰਦਾ ਵਾ। ਠੀਕ ਹੈ, ਵੈਸੇ ਤਾਂ ਦੇਖਣ ਚ ਤਾਂ ਸੌਖੀਆਂ ਲਾਈਨਾਂ ਕੋਈ ਵੀ ਆ ਕੇ ਕਲੈਰੀਫਿਕੇਸ਼ਨ ਕਰ ਦੂਗਾ ਹਨਾ, ਪਰ ਸੌਖਾ ਨਹੀਂ ਹੁੰਦਾ। NCERT ਦੇ ਹਿੰਦੀ ਮੀਡੀਅਮ ਦੀਆਂ ਕਿਤਾਬਾਂ ਨੂੰ ਪੰਜਾਬੀ ਚ ਟਰਾਂਸਲੇਟ ਕਰਨਾ, ਇੱਕ ਇੱਕ ਸ਼ਬਦ ਨੂੰ ਜਿਹੜਾ ਵਾ, ਹੁਣ ਤੁਹਾਨੂੰ ਪਤਾ ਕਿ ਅੱਧੇ ਅੱਖਰ ਕਿੰਨੇ ਹੁੰਦੇ ਆ ਹਿੰਦੀ ਦੇ ਵਿੱਚ। ਠੀਕ ਹੈ, ਤੇ ਕਲਾਸ ਨੂੰ ਤੁਸੀਂ ਜ਼ਰੂਰ ਸ਼ੇਅਰ ਕਰ ਦਿਆ ਕਰੋ ਕਿਉਂਕਿ ਮਿਹਨਤ ਲੱਗਦੀ ਆ। ਸਭ ਨੂੰ ਪਤਾ ਜਿਹੜੇ ਟੈਲੀਗ੍ਰਾਮ ਤੇ ਜੁੜੇ ਆ, ਪੰਜਾਬੀ ਦੇ ਵਿੱਚ ਟਰਾਂਸਲੇਟ ਕਰਦੇ ਆ, ਕਿਸੇ ਵੇਲੇ ਰਾਤ ਦੇ 12 ਵੀ ਵੱਜ ਜਾਂਦੇ ਆ, 1 ਵੀ ਵੱਜ ਜਾਂਦੇ। ਉਧਰੋਂ ਅਰਲੀ ਮਾਰਨਿੰਗ ਮੈਂ 5 ਵਜੇ ਉੱਠ ਜਾਂਦੀ ਆ, ਕਿਸੇ ਵੇਲੇ 4 ਵਜੇ ਵੀ। ਠੀਕ ਹੈ, ਤੇ ਤੁਸੀਂ ਸੋਚੋ ਆਪ ਵੀ ਮੈਂ ਕਿੰਨੇ ਕੁ ਘੰਟੇ ਦੀ ਨੀਂਦ ਲੈਂਦੀ ਹੋਊਂਗੀ ਪ੍ਰੋਪਰ, ਤੇ ਤੁਸੀਂ ਪਲੀਜ਼ ਕਲਾਸ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ। ਠੀਕ ਹੈ, ਸੋ ਇਹ ਸੀ ਬੀਦਰੀ ਦੇ ਇਲਾਕੇ ਬਾਰੇ ਗੱਲਾਂ। ਇਹ ਬੀਦਰੀ ਦੇ ਇਲਾਕੇ ਬਾਰੇ 3 ਤੋਂ 4 ਗੱਲਾਂ ਜਿਹੜੀਆਂ ਵਾ ਤੁਸੀਂ ਜ਼ਰੂਰ ਯਾਦ ਰੱਖਣੀਆਂ। ਇਸ ਤੋਂ ਬਾਅਦ ਸਾਡਾ ਇੱਕ ਛੋਟਾ ਜਿਹਾ ਪੁਆਇੰਟ ਆ, ਕਿਉਂਕਿ ਜੇਕਰ ਸਾਨੂੰ ਪੁੱਛਿਆ ਜਾਵੇ ਕਿ ਸਾਨੂੰ ਤਾਂ ਇਹ ਤਾਂ ਪਤਾ ਵੀ ਮੁੱਖ ਕੇਂਦਰ ਜਿਹੜੇ ਸ਼ਿਲਪਕਾਰ ਦੇ ਤੌਰ ਤੇ ਰਹੇ ਆ ਉਹ ਹੰਪੀ, ਸੂਰਤ ਤੇ ਮਸੂਲੀਪਟਨਮ ਰਹੇ ਆ, ਪਰ ਸਾਡੇ ਮਨ ਦੇ ਵਿੱਚ ਇਹ ਵੀ ਸਵਾਲ ਆਉਣਾ ਚਾਹੀਦਾ ਵਾ ਕਿ ਹੰਪੀ, ਮਸੂਲੀਪਟਨਮ ਤੇ ਸੂਰਤ ਤੋਂ ਪਹਿਲਾਂ ਕੋਈ ਏਦਾਂ ਦੇ 2-4 ਨਗਰ ਰਹੇ ਹੋਣਗੇ ਜਿਹੜੇ ਸ਼ਿਲਪਕਾਰ ਦੇ ਤੌਰ ਤੇ ਫੇਮਸ ਹੋਏ। ਬਿਲਕੁਲ ਰਹੇ। ਠੀਕ ਆ, ਗੁਜਰਾਤ ਤੇ ਅਹਿਮਦਾਬਾਦ, ਗੁਜਰਾਤ ਤੇ ਅਹਿਮਦਾਬਾਦ ਪੜ੍ਹਦੇ ਆਪਾਂ ਇਹਦੇ ਬਾਰੇ। ਕਹਿੰਦੇ ਲੰਬੇ ਸਮੇਂ ਤੋਂ ਬਾਅਦ, ਠੀਕ ਹੈ, ਲੰਬੇ ਸਮੇਂ ਤੋਂ ਬਾਅਦ ਅਹਿਮਦਾਬਾਦ ਤੇ ਗੁਜਰਾਤ ਵਰਗੇ ਵੱਡੇ ਨਗਰ ਵੱਡੇ ਵਪਾਰਕ ਕੇਂਦਰ ਬਣ ਗਏ। ਯਾਦ ਰੱਖਿਓ ਹੰਪੀ ਤੋਂ ਪਹਿਲਾਂ। ਠੀਕ ਹੈ, ਕਹਿੰਦੇ ਭਾਗੀਰਥੀ ਤੱਟ ਤੇ ਸਥਿਤ ਮੁਰਸ਼ਦਾਬਾਦ,
यानी कि ਜਿਹੜਾ ਮੁਰਸ਼ਿਦਾਬਾਦ ਦਾ ਜਿਹੜਾ ਇਲਾਕਾ ਵਾ ਯਾਦ ਰੱਖਿਓ ਕਿਹੜੀ ਨਦੀ ਦੇ ਤੱਟ ਤੇ ਸਥਿਤ ਆ ਭਾਗੀਰਥੀ ਨਦੀ ਤੇ ਠੀਕ ਆ ਕਹਿੰਦੇ ਭਾਗੀਰਥੀ ਤੱਟ ਤੇ ਸਥਿਤ ਮੁਰਸ਼ਿਦਾਬਾਦ ਰੇਸ਼ਮੀ ਵਸਤਰ ਦਾ ਪ੍ਰਮੁੱਖ ਕੇਂਦਰ ਬਣ ਗਿਆ ਯਾਦ ਰੱਖਿਓ ਠੀਕ ਆ ਓਵਰਆਲ ਪੁੱਛਿਆ ਜਾਵੇ ਕਿ ਕਿਹੜੇ ਵਪਾਰਕ ਵੱਡੇ ਵੱਡੇ ਵਪਾਰਕ ਕੇਂਦਰ ਬਣ ਗਏ ਤੁਹਾਡਾ ਆਨਸਰ ਆਊਗਾ ਅਹਿਮਦਾਬਾਦ ਤੇ ਗੁਜਰਾਤ ਪਰ ਜੇਕਰ ਪੁੱਛਿਆ ਜਾਵੇ ਕਿ ਰੇਸ਼ਮੀ ਵਸਤਰ ਦੇ ਤੌਰ ਤੇ ਕਿਹੜਾ ਪ੍ਰਮੁੱਖ ਕੇਂਦਰ ਬਣਿਆ ਮੁਰਸ਼ਿਦਾਬਾਦ ਜਿਹੜਾ ਕਿ ਭਾਗੀਰਥੀ ਦੇ ਤੱਟ ਤੇ ਸਥਿਤ ਸੀਗਾ ਠੀਕ ਆ ਇਹ ਪੁਆਇੰਟ ਨੂੰ ਤੁਸੀਂ ਯਾਦ ਰੱਖਿਓ ਕਹਿੰਦੇ 1704 ਈਸਵੀ ਵਿੱਚ ਬੰਗਾਲ ਦੀ ਰਾਜਧਾਨੀ ਬਣ ਗਿਆ ਕੌਣ ਮੁਰਸ਼ਿਦਾਬਾਦ ਭਾਗੀਰਥੀ ਨਦੀ ਦੇ ਤੱਟ ਤੇ ਜਿਹੜਾ ਸਥਿਤ ਸੀ ਮੁਰਸ਼ਿਦਾਬਾਦ ਜਿਹੜਾ ਕਿ ਰੇਸ਼ਮੀ ਵਸਤਰ ਦਾ ਪ੍ਰਮੁੱਖ ਕੇਂਦਰ ਸੀ ਕਹਿੰਦੇ ਬੰਗਾਲ ਦੀ ਰਾਜਧਾਨੀ ਬਣ ਗਿਆ ਕੈਪੀਟਲ ਬਣ ਗਿਆ 1704 ਈਸਵੀ ਦੇ ਵਿੱਚ ਪੁੱਛਿਆ ਜਾਵੇ ਐਵੇਂ ਵੀ ਪੁੱਛਿਆ ਜਾ ਸਕਦਾ ਵਾ ਕਿ 1704 ਈਸਵੀ ਦੇ ਵਿੱਚ ਬੰਗਾਲ ਦੀ ਰਾਜਧਾਨੀ ਕੀ ਸੀ ਆਨਸਰ ਆਊਗਾ ਮੁਰਸ਼ਿਦਾਬਾਦ ਠੀਕ ਆ ਫਿਰ ਇਹ ਕਹਿੰਦੇ ਆ ਪਰ ਇਸੇ ਹੀ ਸ਼ਤਾਬਦੀ ਵਿੱਚ ਸਤਾਰਾ ਡੁੱਬ ਗਿਆ ਅਸਮਾਨ ਵਾਲਾ ਸਤਾਰਾ ਨਹੀਂ ਸਤਾਰਾ ਇੱਕ ਜਗ੍ਹਾ ਦਾ ਨਾਮ ਆ ਕਹਿੰਦੇ ਉਸੇ ਹੀ ਸਾਲ ਬੰਗਾਲ ਦਾ ਕੋਈ ਇਲਾਕਾ ਵਾ ਸਤਾਰਾ ਕਹਿੰਦੇ ਡੁੱਬ ਗਿਆ ਕਿਉਂਕਿ ਇੰਗਲੈਂਡ ਦੀਆਂ ਮਿੱਲਾਂ ਤੋਂ ਬਣੇ ਕੱਪੜੇ ਪ੍ਰਤੀਯੋਗਤਾਵਾਂ ਵਿੱਚ ਟਿਕ ਨਾ ਸਕੇ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਦੀ ਆ ਸਾਡੇ ਮਸਾਲੇ ਸਾਡੇ ਫਲ ਠੀਕ ਆ ਸਾਡੇ ਕੱਪੜੇ ਸਾਡੀਆਂ ਕਪਾਵਾਂ ਸਾਡੀ ਉੱਨ ਸਾਡੀ ਪਟਸਨ ਹਰ ਇੱਕ ਚੀਜ਼ ਜਿਹੜੀ ਆ ਭਾਰਤ ਤੋਂ ਜਾ ਰਹੀ ਆ ਅੱਜ ਵੀ ਜਾ ਰਹੀ ਆ ਜਿੰਨਾ ਵਧੀਆ ਕੱਪੜਾ ਸਾਡੇ ਭਾਰਤ ਦਾ ਵਾ ਕਿਸੇ ਵੀ ਕੰਟਰੀ ਦੇ ਵਿੱਚ ਉਨਾ ਵਧੀਆ ਕੱਪੜਾ ਨਹੀਂ ਮਿਲਦਾ ਹੁੰਦਾ ਕੀ ਸੀ ਕਿ ਕੀ ਹੋਇਆ ਕਿ ਜਦੋਂ ਇਹਨਾਂ ਨੇ ਰਾਜਧਾਨੀ ਬਣਾਤੀ ਮੁਰਸ਼ਿਦਾਬਾਦ ਸਤਾਰਾ ਡੁੱਬ ਗਿਆ ਕਿਉਂਕਿ ਇਹ ਜਿਹੜਾ ਸਤਾਰਾ ਸੀ ਨਾ ਸੁਣ ਲਓ ਚੰਗੀ ਤਰ੍ਹਾਂ ਠੀਕ ਆ ਇੱਥੇ ਨਾ ਅਲੱਗ-ਅਲੱਗ ਜਿਹੜੇ ਸੀ ਵਪਾਰੀ ਸੀ ਉਹ ਕੱਪੜਾ ਲੈ ਕੇ ਆਉਂਦੇ ਸੀ ਪ੍ਰਤੀਯੋਗਤਾ ਮਤਲਬ ਕੰਪੀਟੀਸ਼ਨ ਇੱਕ ਕੰਪੀਟੀਸ਼ਨ ਹੁੰਦਾ ਸੀ ਠੀਕ ਆ ਪਰ ਇੰਗਲੈਂਡ ਦੀਆਂ ਮਿੱਲਾਂ ਤੋਂ ਜਿਹੜੇ ਬਣੇ ਕੱਪੜੇ ਆਉਂਦੇ ਸੀ ਉਹ ਕੱਪੜੇ ਮਾੜੇ ਪੈ ਗਏ ਇੰਗਲੈਂਡ ਦੀਆਂ ਮਿੱਲਾਂ ਤੋਂ ਬਣੇ ਜਿਹਦਾ ਕਰਕੇ ਉਹ ਬਹੁਤਾ ਚਿਰ ਟਿਕ ਨਾ ਸਕੇ ਤੇ ਸਤਾਰਾ ਜਿਹੜਾ ਸੀ ਕਹਿੰਦੇ ਫਿਰ ਡੁੱਬ ਗਿਆ ਇਹ ਨਹੀਂ ਮਤਲਬ ਵੀ ਪਾਣੀ 'ਚ ਡੁੱਬ ਗਿਆ ਡੁੱਬਣ ਦਾ ਮਤਲਬ ਵੀ ਵਪਾਰਕ ਤੌਰ ਤੇ ਉਹਦੇ ਪੱਲੇ ਕੁੱਖ ਨਹੀਂ ਰਿਹਾ ਠੀਕ ਆ ਹੁਣ ਆਪਾਂ ਗੱਲ ਕਰਦੇ ਆ ਹੰਪੀ ਦੀ ਠੀਕ ਆ ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਹੰਪੀ ਨਗਰ ਆ ਕਿੰਨਾ ਨਦੀਆਂ ਦੇ ਵਿਚਕਾਰ ਸਥਿਤ ਆ ਕ੍ਰਿਸ਼ਨਾ ਤੇ ਤੁੰਗਭਦਰਾ ਠੀਕ ਹੈ ਇਹ ਮੋਸਟ ਇੰਪੋਰਟੈਂਟ ਆ ਠੀਕ ਆ ਇਹਨੂੰ ਯਾਦ ਰੱਖਿਓ ਜਿਹੜਾ ਹੰਪੀ ਨਗਰ ਆ ਇਹ ਕ੍ਰਿਸ਼ਨਾ ਤੇ ਤੁੰਗਭਦਰਾ ਨਦੀਆਂ ਦੇ ਵਿਚਕਾਰ ਸਥਿਤ ਆ ਕਹਿੰਦੇ 1336 ਈਸਵੀ ਵਿੱਚ ਸਥਾਪਿਤ ਵਿਜੇਨਗਰ ਸਮਾਜ ਦਾ ਕੇਂਦਰ ਬਣਿਆ ਠੀਕ ਆ ਕਹਿਣ ਦਾ ਭਾਵ ਪੁੱਛਿਆ ਜਾ ਸਕਦਾ ਸਾਨੂੰ ਕਿਵੇਂ ਕਿ ਜਿਹੜਾ ਹੰਪੀ ਨਗਰ ਸੀ ਉਹ ਹੇਠ ਲਿਖਿਆਂ ਵਿੱਚੋਂ ਕਿੰਨਾ ਦਾ ਮੁੱਖ ਕੇਂਦਰ ਸੀ ਵਿਜੇਨਗਰ ਏਦਾਂ ਦਾ ਕਰਕੇ ਆਪਸ਼ਨ ਆਉਣਗੀਆਂ ਵਿਜੇਨਗਰ ਜਿਹਦੇ ਵਿੱਚ ਅਸੀਂ ਰਾਜੇ ਪੜ੍ਹਦੇ ਆ ਹਰੀਹਰ ਤੇ ਬੁੱਕਾ ਰਾਜੇ ਪੜ੍ਹਦੇ ਆ ਨਾ ਅਸੀਂ ਉਹੀ ਵਿਜੇਨਗਰ ਠੀਕ ਹੈ ਇਹਨਾਂ ਦਾ ਮੁੱਖ ਕੇਂਦਰ ਸੀਗਾ ਹੰਪੀ ਕਹਿੰਦੇ ਹੰਪੀ ਦੇ ਸ਼ਾਨਦਾਰ ਖੰਡਰਾਂ ਤੋਂ ਪਤਾ ਲੱਗਦਾ ਹੈ ਕਿ ਉਸ ਸ਼ਹਿਰ ਦੀ ਕਿਲੇਬੰਦੀ ਉੱਚ ਕੋਟੀ ਦੀ ਸੀ ਮਤਲਬ ਬਾਕਮਾਲ ਜਿਹਨੂੰ ਕਹਿ ਦਿੰਦੇ ਆ ਹਨਾ ਕਹਿੰਦੇ ਇੱਥੋਂ ਦੇ ਜਿਹੜੇ ਹੰਪੀ ਦੇ ਖੰਡਰ ਅੱਜ ਵੀ ਹੋਣਗੇ ਕਹਿੰਦੇ ਹੰਪੀ ਦੇ ਜਿਹੜੇ ਖੰਡਰ ਆ ਉਹਨਾਂ ਤੋਂ ਪਤਾ ਕਿਉਂਕਿ ਹੈ ਸ਼ਬਦ ਵਰਤਿਆ ਉੱਥੇ ਉਹਨਾਂ ਨੇ ਕਹਿਣ ਦਾ ਭਾਵ ਵੀ ਆਪਾਂ ਅੰਦਾਜ਼ਾ ਲਾ ਸਕਦੇ ਆ ਵੀ ਇਹ ਖੰਡਰ ਅੱਜ ਵੀ ਮੌਜੂਦ ਹੋਣਗੇ ਕਹਿੰਦੇ ਇਹਨਾਂ ਖੰਡਰਾਂ ਤੋਂ ਪਤਾ ਲੱਗਦਾ ਵੀ ਕਿਲੇਬੰਦੀ ਘੈਂਟ ਸੀ ਪੂਰੀ ਕਹਿੰਦੇ ਕਿਤੇ ਵੀ ਗਾਰੇ ਮਿੱਟੀ ਦੀ ਵਰਤੋਂ ਨਹੀਂ ਹੋਈ ਸ਼ਿਲਾਖੰਡ ਇੱਕ ਦੂਜੇ ਵਿੱਚ ਫਸਾਏ ਗਏ ਸੀ ਕਿਵੇਂ ਸ਼ਿਲਾਖੰਡ ਮਤਲਬ ਹੁਣ ਮੈਂ ਕਿਵੇਂ ਮਤਲਬ ਮੇਰੀ ਡਾਇਗ੍ਰਾਮ ਇੰਨੀ ਵਧੀਆ ਨਹੀਂ ਆ ਮਤਲਬ ਇਸ ਤਰ੍ਹਾਂ ਕਰਕੇ ਹਨਾ ਇਸ ਤਰ੍ਹਾਂ ਕੁਝ ਸ਼ਿਲਾਖੰਡ ਕਹਿੰਦੇ ਇੱਕ ਦੂਜੇ ਦੇ ਵਿੱਚ ਫਸਾਏ ਗਏ ਸੀ ਕਿਤੇ ਵੀ ਗਾਰੇ ਮਿੱਟੀ ਦੀ ਵਰਤੋਂ ਨਹੀਂ ਸੀ ਹੋਈ ਕਹਿੰਦੇ ਇੱਕ ਪੁਰਤਗਾਲੀ ਯਾਤਰੀ ਡੋਮਿੰਗੋ ਪੇਜ ਇਹਦਾ ਨਾਮ ਤੁਸੀਂ ਯਾਦ ਰੱਖਿਓ ਕਿਉਂਕਿ ਇਹ ਪੁਰਤਗਾਲੀ ਹੈ ਤੇ ਇਹਨਾਂ ਦੇ ਨਾਮ ਇਦਾਂ ਦੇ ਹੁੰਦੇ ਆ ਕਹਿੰਦੇ ਡੋਮਿੰਗੋ ਪੇਜ ਦੇ 16ਵੀਂ ਸਦੀ ਵਿੱਚ ਨਗਰ ਦੇ ਵਿਸਥਾਰ ਬਾਰੇ ਸ਼ਬਦ ਜਾਨੀ ਕਿ ਇਹ ਜਿਹੜਾ ਪੁਰਤਗਾਲੀ ਸੀ ਨਾ ਡੋਮਿੰਗੋ ਪੇਜ ਇਹਨੇ ਹੰਪੀ ਨਗਰ ਦੀ ਤਾਰੀਫ ਦੇ ਵਿੱਚ ਕੁਝ ਸ਼ਬਦ ਕਹੇ ਠੀਕ ਹੈ ਕੁਝ ਸ਼ਬਦ ਕਹੇ ਇਹਨੇ ਠੀਕ ਹੈ ਹੰਪੀ ਨਗਰ ਦੀ ਜਿਹੜੀ ਸੀ ਪ੍ਰਸ਼ੰਸਾ ਦੇ ਵਿੱਚ ਇਹ ਆ 7ਵੀਂ ਕਲਾਸ ਦੀ NCERT
मतलब ਮੈਨੂੰ ਇਹ ਹੈ ਕਿ ਤੁਹਾਨੂੰ ਕੋਈ ਭੁਲੇਖਾ ਨਾ ਲੱਗੇ ਵੀ ਪਤਾ ਨਹੀਂ ਕਿੱਥੋਂ ਕਰਾਈ ਜਾਂਦੇ ਆ। 7ਵੀਂ ਕਲਾਸ ਦੀ NCERT ਹਿੰਦੀ ਮੀਡੀਅਮ ਦੇ ਵਿੱਚ 6ਵਾਂ ਚੈਪਟਰ, ਜਿਹਦੇ ਵਿੱਚ ਇਹਨਾਂ ਨੇ ਇਹ ਸਟੇਟਮੈਂਟ ਦਿੱਤੀ ਆ। ਮਤਲਬ ਆ ਜਿਹੜਾ ਪੁਰਤਗਾਲੀ ਆ ਡੋਮਿੰਗੋ ਪੇਜ, ਇਹਨੇ ਜੋ ਹੰਪੀ ਦੀ ਤਾਰੀਫ, ਹੰਪੀ ਨਗਰ ਦੀ ਤਾਰੀਫ ਬਾਰੇ ਜੋ ਵੀ ਇਹਨੇ ਸ਼ਬਦ ਕਹੇ ਉਹ ਬੁੱਕ ਦੇ ਵਿੱਚ ਲਿਖੇ ਆ, ਤੇ ਉਹਨੂੰ ਮੈਂ ਟਰਾਂਸਲੇਟ, ਕਿਉਂਕਿ ਆ ਮੇਰੀ ਨੋਟਬੁੱਕ ਆ, ਇਹਦੇ ਤੇ ਮੈਂ ਟਰਾਂਸਲੇਟ ਕੀਤਾ ਹੁੰਦਾ ਸਾਰਾ, ਠੀਕ ਹੈ। ਇਹਦੇ ਤੇ ਮੈਂ ਲਿਖੇ ਆ ਜੋ ਵੀ ਇਹਨੇ ਕਿਹਾ, ਪੰਜਾਬੀ 'ਚ ਟਰਾਂਸਲੇਟ ਕੀਤਾ, ਸੁਣ ਕੇ ਯਾਦ ਰੱਖ ਲਿਓ, ਕਿਉਂਕਿ ਕਈ ਵਾਰੀ ਨਾ ਕਿੱਡੇ ਵੱਡੇ ਕੁਐਸਚਨ ਸਾਨੂੰ ਪਾਏ ਹੁੰਦੇ, ਸਿੱਧੀਆਂ ਸਟੇਟਮੈਂਟਾਂ ਪੁੱਛਿਆ ਜਾ ਸਕਦਾ ਵੀ ਹੇਠਾਂ ਲਿਖਿਆਂ ਵਿੱਚੋਂ ਹੰਪੀ ਨਗਰ ਬਾਰੇ ਕਿਹਦੇ ਕਹੇ ਸ਼ਬਦ ਆ, ਤੇ ਤੁਸੀਂ ਹੁਣ ਮੈਂ ਬੋਲੂੰਗੀ ਤਾਂ ਇੱਕ ਅੱਧੀ ਲਾਈਨ ਤਾਂ ਤੁਹਾਨੂੰ ਯਾਦ ਰਹੂਗੀ, ਫਿਰ ਤੁਹਾਨੂੰ ਪਤਾ ਲੱਗ ਜਾਣਾ ਵੀ ਹਾਂ ਉਹ ਬੰਦੇ ਨੇ ਕਿਹਾ ਸੀ, ਠੀਕ ਹੈ। ਕੀ ਕਹਿੰਦਾ ਗੋਆ ਤੋਂ ਆਉਣ ਵਾਲੇ ਲੋਕ ਜਿਸ ਪ੍ਰਦੇਸ਼ ਦੁਆਰ ਤੋਂ ਗੁਜ਼ਰਦੇ ਸਨ, ਉਸ ਦੁਆਰ ਦੇ ਅੰਦਰ ਰਾਜਿਆਂ ਨੇ ਇੱਕ ਅਤਿਅੰਤ ਦ੍ਰਿੜ ਪ੍ਰਚਾਰੀ ਬੁੱਧ ਨਗਰ ਵਸਾ ਰੱਖਿਆ ਸੀ, ਜੋ ਦੀਵਾਰਾਂ ਅਤੇ ਬੁਰਜਾਂ ਨਾਲ ਸੁਰੱਖਿਅਤ ਸੀ। ਕਿਵੇਂ? ਮੰਨ ਲਓ ਆ ਕੋਈ ਸੜਕ ਆ, ਕਿੱਥੇ ਜਾ ਰਹੀ ਆ? ਜਾਨੀ ਕਿ ਗੋਆ ਤੋਂ ਆ ਰਹੀ ਆ, ਕਿੱਧਰ ਆ ਰਹੀ ਆ? ਹੰਪੀ ਨੂੰ ਆ ਰਹੀ ਆ, ਠੀਕ ਹੈ। ਅੱਛਾ, ਜਿਹੜੇ ਨਾ ਇੱਧਰ ਕਿਵੇਂ ਦੱਸਾਂ, ਮਤਲਬ ਅੱਛਾ ਜਿਹੜੇ ਮਣੀਕਰਨ ਸਾਹਿਬ ਨੂੰ ਜਾਂਦੇ ਹੋਣਗੇ ਨਾ, ਉੱਥੇ ਨਾ ਇੱਕ ਰਸਤਾ ਆਉਂਦਾ ਵਾ, ਮਤਲਬ ਇੱਦਾਂ ਇੱਧਰੋਂ ਵੀ ਕਵਰ, ਇੱਧਰੋਂ ਉੱਪਰੋਂ ਵੀ ਕਵਰ ਆ, ਉਹਦੇ ਵਿੱਚ ਦੀ ਆਪਾਂ ਲੰਘਦੇ ਜਿੱਦਾਂ ਕੋਈ ਸੁਰੰਗ ਜਿਹੀ ਹੁੰਦੀ ਆ, ਸਮਝ ਲੱਗ ਗਈ ਨਾ। ਉਸ ਤਰੀਕੇ ਦੇ ਨਾਲ ਕਹਿੰਦੇ ਜਿਹੜੇ ਗੋਆ ਤੋਂ ਆਉਣ ਵਾਲੇ ਜਿਹੜੇ ਯਾਤਰੀ ਸੀ, ਜਦੋਂ ਹੰਪੀ ਆਉਂਦੇ ਸੀ, ਗੋਆ ਤੋਂ ਹੰਪੀ ਤੱਕ ਦਾ ਕੋਈ ਰਸਤਾ ਸੀ, ਉਸ ਟਾਈਪ ਦੀਆਂ ਉਹਦੇ ਅੰਦਰ ਕਹਿੰਦੇ ਇੱਕ ਦੀਵਾਰਾਂ ਬਣੀਆਂ ਸੀ। ਇਹ ਕੌਣ ਕਹਿ ਰਿਹਾ ਵਾ? ਡੋਮਿੰਗੋ ਪੇਜ ਕਹਿ ਰਿਹਾ ਵਾ। ਫਿਰ ਇਹ ਕਹਿੰਦਾ ਜੋ ਦੀਵਾਰਾਂ ਤੇ ਬੁਰਜਾਂ ਨਾਲ ਸੁਰੱਖਿਅਤ ਸੀ, ਇਹ ਦੀਵਾਰਾਂ ਆਮ ਨਗਰਾਂ ਦੀਆਂ ਦੀਵਾਰਾਂ ਵਰਗੀਆਂ ਨਹੀਂ ਸਨ, ਬਲਕਿ ਬਹੁਤ ਮਜ਼ਬੂਤ ਰਾਜਗੀਰੀ ਦਾ ਨਮੂਨਾ ਹਨ। ਕਹਿੰਦੇ ਇਹ ਦੀਵਾਰਾਂ ਕੋਈ ਆਮ ਦੀਵਾਰਾਂ ਨਹੀਂ ਸੀ, ਕਿਹੜੀਆਂ? ਜਿਹੜੀਆਂ ਗੋਆ ਤੋਂ ਆਉਂਦੀਆਂ ਸੀ ਹੰਪੀ ਨਗਰ ਤੱਕ, ਜਿਨ੍ਹਾਂ ਦੇ ਵਿੱਚ ਇੱਕ ਸੁਰੰਗ ਟਾਈਪ ਕੁਛ ਬਣਿਆ ਸੀ। ਕਹਿੰਦੇ ਇਹ ਦੀਵਾਰਾਂ ਜਿਹੜੀਆਂ ਇੰਨੀਆਂ ਕੁ ਜ਼ਿਆਦੀਆਂ ਮਜ਼ਬੂਤ ਸੀ ਵੀ ਘੈਂਟ ਸੀ ਪੂਰੀਆਂ, ਹਨਾ। ਫਿਰ ਇਹ ਕਹਿੰਦੇ ਆ ਜੋ ਹੋਰ ਭਾਗਾਂ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਸਨ। ਕਹਿੰਦੇ ਵੀ ਮਤਲਬ ਕਹਿਣ ਦਾ ਭਾਵ ਇਹ ਜਿਹੜਾ ਡੋਮਿੰਗੋ ਪੇਜ ਆ, ਕਹਿੰਦਾ ਏਦਾਂ ਦੀਆਂ ਦੀਵਾਰਾਂ ਸੀ ਵੀ ਜਿਹੜੀਆਂ ਕਿਤੇ ਆਮ ਦੇਖਣ ਨੂੰ ਨਹੀਂ ਸੀ ਮਿਲਦੀਆਂ, ਮਤਲਬ ਕੋਈ ਯੂਨੀਕ ਜੀ ਚੀਜ਼ ਸੀ, ਹਨਾ। ਕਹਿੰਦੇ ਇਸ ਦੇ ਅੰਦਰ ਰੀਤ ਨਾਲ ਬਣਾਈਆਂ ਗਈਆਂ ਭਵਨਾਂ ਦੀ ਸੁੰਦਰ ਕਤਾਰਾਂ ਸਨ, ਜਿਨ੍ਹਾਂ ਦੀਆਂ ਛੱਤਾਂ ਸਪਾਟ ਸਨ। ਮਤਲਬ ਇਹਦੇ ਅੰਦਰ ਉਹਨਾਂ ਨੇ ਛੋਟੇ ਛੋਟੇ ਭਵਨ ਬਣਾਏ ਹੋਣਗੇ ਚਪਟੇ ਟਾਈਪ ਦੇ, ਠੀਕ ਹੈ। ਉਹ ਬਹੁਤ ਕਹਿੰਦੇ ਸੁੰਦਰ ਸੀ। ਇਹ ਦੋ ਚਾਰ ਗੱਲਾਂ ਜਿਹੜੀਆਂ ਵਾ ਤੁਸੀਂ ਯਾਦ ਰੱਖਿਓ, ਜਿੱਥੋਂ ਗੋਆ ਤੋਂ ਹੰਪੀ ਜਾਣ ਤੱਕ ਦੀ ਸਟੇਟਮੈਂਟ ਆ ਜੇ, ਬਸ ਤੁਸੀਂ ਕੀ ਯਾਦ ਰੱਖਣਾ, ਗੋਆ ਤੋਂ ਹੰਪੀ ਜਾਣ ਤੱਕ ਦੀ ਕੋਈ ਵੀ ਸਟੇਟਮੈਂਟ, ਉੱਥੋਂ ਦੀਆਂ ਦੀਵਾਰਾਂ ਬਾਰੇ ਏਦਾਂ ਕਰਕੇ ਕੁਛ ਵੀ ਆ ਜੇ, ਪੁੱਛਿਆ ਜਾਵੇ ਸ਼ਬਦ ਕਿਹਨੇ ਕਹੇ ਆ, ਡੋਮਿੰਗੋ ਪੇਜ ਨੇ ਕਿਹਾ ਵਾ, ਬਸ ਤੁਸੀਂ ਇਹ ਜਿਹੜੇ ਪੁਆਇੰਟ ਆ ਇਹਨਾਂ ਨੂੰ ਤੁਸੀਂ ਯਾਦ ਰੱਖਿਓ। ਜਿਹੜੇ ਵਿਜੇਨਗਰ ਜਦੋਂ ਸਮਾਜ ਦੀ ਆਪਾਂ ਗੱਲ ਕਰਦੇ, ਜਿਹੜੇ ਵਿਜੇਨਗਰ ਰਾਜ ਦੇ ਜਿਹੜੇ ਸ਼ਾਸਕ ਸੀਗੇ ਜਾਂ ਰਾਜੇ ਸੀਗੇ ਨਾ, ਇਹਨਾਂ ਦੀ ਨਾ ਨਹਿਰਾਂ ਦੇ ਨਿਰਮਾਣ ਦੇ ਵਿੱਚ ਕਾਫੀ ਰੁਚੀ ਸੀ। ਇਹਨਾਂ ਨੇ ਨਹਿਰਾਂ ਦਾ ਨਿਰਮਾਣ ਕਾਫੀ ਕਰਾਇਆ ਉਸ ਸਮੇਂ, ਜੇਕਰ ਆਪਾਂ ਗੱਲ ਕਰੀਏ, ਕਿਉਂਕਿ ਆਪਾਂ ਹੰਪੀ ਨਗਰ ਦੀ ਗੱਲ ਕਰ ਰਹੇ ਹਾਂ, ਠੀਕ ਹੈ। ਇਹਨਾਂ ਨੇ ਪੁੱਛਿਆ ਜਾਵੇ ਕਿ ਜਦੋਂ ਹੰਪੀ ਨਗਰ ਦੀ ਗੱਲ ਆਉਂਦੀ ਹੈ ਤਾਂ ਜਦੋਂ ਹੰਪੀ ਨਗਰ ਜਿਹੜਾ ਸੀ ਸ਼ਿਲਪਕਾਰ ਦੇ ਤੌਰ ਤੇ ਕਾਫੀ ਫੇਮਸ ਸੀਗਾ, ਉਸ ਸਮੇਂ ਨਹਿਰਾਂ ਦਾ ਨਿਰਮਾਣ ਕਿਹੜੇ ਸ਼ਾਸਕਾਂ ਨੇ ਕਰਵਾਇਆ ਸੀ? ਯਾਦ ਰੱਖਿਓ, ਵਿਜੇਨਗਰ ਸ਼ਾਸਕਾਂ ਨੇ। ਇਹਨਾਂ ਦੀ ਕਾਫੀ ਰੁਚੀ ਸੀ ਨਹਿਰਾਂ ਦੇ ਨਿਰਮਾਣ ਦੇ ਵਿੱਚ। ਵੇਖੋ, ਕਹਿੰਦੇ ਆ ਮਾਲਦੇਵੀ ਨਦੀ ਦੇ ਉੱਪਰ 1.37 ਕਿਲੋਮੀਟਰ ਲੰਮੇ ਮਿੱਟੀ ਦੇ ਬੰਨ ਵਾਲੇ ਅਨੰਤ ਰਾਜ ਸਾਗਰ ਡੈਮ ਦਾ ਨਿਰਮਾਣ ਹੋਇਆ। ਹੁਣ ਨਾ ਉਹ ਨਦੀ ਜਿਹਦਾ ਅਸੀਂ ਕਦੀ ਨਾਮ ਨਹੀਂ ਸੁਣਿਆ, ਉਹ ਡੈਮ ਜਿਹਦਾ ਅਸੀਂ ਕਦੀ ਨਾਮ ਹੀ ਨਹੀਂ ਸੁਣਿਆ, ਸੋਚੋ ਵੀ ਜੇ ਤੁਹਾਨੂੰ ਇਦਾਂ ਦਾ ਕੁਐਸਚਨ ਆ ਜਾਏ, ਤੁਸੀਂ ਆਖਣਾ ਪਤਾ ਨਹੀਂ ਕਿੱਥੋਂ ਹਿਸਟਰੀ ਪਾਤੀ। ਮੈਂ ਵਾਰੀ ਕਹਿ ਰਹੀ ਹਾਂ, ਜਿਹੜੇ ਵਾਈਟ ਬੋਰਡ ਦੇਖ ਕੇ ਭੱਜ ਜਾਂਦੇ ਆ, ਏਦਾਂ ਦੀ ਥਿਊਰੀ ਤੁਹਾਨੂੰ ਕਿਤੇ ਵੀ ਡਿਜੀਟਲ ਸਕਰੀਨ ਤੇ ਨਹੀਂ ਮਿਲਣੀ। ਇਹ ਮੇਰਾ ਦਾਵਾ ਆ, ਠੀਕ ਆ, ਚੈਲੰਜ ਆ ਮੇਰਾ। ਕਹਿੰਦੇ ਕ੍ਰਿਸ਼ਨ ਦੇਵ ਰਾਏ ਨੇ ਸਿੰਚਾਈ ਲਈ 2 ਪਹਾੜੀਆਂ ਵਿਚਕਾਰ ਝੀਲ ਦਾ ਨਿਰਮਾਣ ਕਰਵਾਇਆ। ਯਾਦ ਰੱਖਿਓ, ਮਾਲਦੇਵੀ ਨਦੀ ਜਿਹੜੀ ਆ ਉਹਦੇ ਉੱਪਰ ਕਿਹੜਾ ਡੈਮ ਬਣਿਆ?
ਅਨੰਤ ਰਾਜ ਸਾਗਰ ਡੈਮ, ਠੀਕ ਆ। ਇਹ NCERT ਦੇ ਵਿੱਚ ਇਹੋ ਹੀ ਤੇ ਗੱਲ ਆ। NCERT ਜਿਹੜੀ ਆ ਇਸੇ ਕਰਕੇ ਜ਼ਰੂਰੀ ਹੋ ਜਾਂਦੀ ਆ। ਉਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਵਾ ਜਿਹੜੀਆਂ ਹਿਸਟਰੀ ਦੇ ਵਿੱਚ ਅਸੀਂ ਕਦੀ ਸੋਚੀਆਂ ਵੀ ਨਹੀਂ ਹੁੰਦੀਆਂ, ਠੀਕ ਆ। ਮਾਲਦੇਵੀ ਨਦੀ ਦੇ ਉੱਪਰ ਕਿਹੜਾ ਡੈਮ, ਅਨੰਤ ਰਾਜ ਸਾਗਰ ਡੈਮ ਬਣਿਆ। ਕਹਿੰਦੇ ਜਿਹੜਾ ਕ੍ਰਿਸ਼ਨ ਰਾਏ ਰਾਜਾ ਸੀ, ਕ੍ਰਿਸ਼ਨ ਰਾਏ ਕਿਹੜਾ ਸੀ, ਵਿਜੇਨਗਰ ਸ਼ਾਸਕ ਸੀਗਾ ਇਹ, ਠੀਕ ਆ। ਵਿਜੇਨਗਰ ਦਾ ਸ਼ਾਸਕ ਸੀਗਾ ਕ੍ਰਿਸ਼ਨ ਦੇਵ ਰਾਏ। ਕਹਿੰਦੇ ਕਿਉਂਕਿ ਸਾਨੂੰ ਮੈਂ ਜਿੱਦਾਂ ਸਟਾਰਟਿੰਗ ਦੱਸਿਆ ਵੀ ਇਹਨਾਂ ਨੇ ਪਾਣੀ ਦੇ ਨਿਰਮਾਣ ਵਾਸਤੇ ਕਾਫੀ ਕੰਮ ਕੀਤੇ। ਕ੍ਰਿਸ਼ਨ ਦੇਵ ਰਾਏ ਜਿਹੜਾ ਸੀਗਾ, ਇਹਨੇ ਸਿੰਚਾਈ ਲਈ ਸਿਰਫ ਦੋ ਪਹਾੜੀਆਂ ਲਿਖਿਆ ਵਾ। ਪਹਾੜੀਆਂ ਦਾ ਨਾਮ, ਜਾਂ ਜਿਹੜੇ ਦੋ ਪਹਾੜੀਆਂ ਦੇ ਵਿਚਕਾਰ ਜਿਹੜੇ ਇਹਨੇ ਝੀਲ ਦਾ ਨਿਰਮਾਣ ਕਰਵਾਇਆ, ਉਹ ਝੀਲ ਦਾ ਨਾਮ ਨਹੀਂ ਇਹਨਾਂ ਨੇ ਦੱਸਿਆ, ਪਰ ਦੱਸਿਆ ਵਾ, ਬਸ ਇੰਨਾ ਦੱਸਿਆ ਵਾ ਵੀ ਜਿਹੜਾ ਕ੍ਰਿਸ਼ਨ ਦੇਵ ਰਾਏ ਸੀ ਉਹਨੇ ਦੋ ਪਹਾੜੀਆਂ ਵਿਚਕਾਰ ਇੱਕ ਝੀਲ ਦਾ ਨਿਰਮਾਣ ਕਰਵਾਇਆ, ਠੀਕ ਆ। ਕਾਹਦੇ ਵਾਸਤੇ, ਸਿੰਚਾਈ ਦੀ ਪੂਰਤੀ ਵਾਸਤੇ। ਫਿਰ ਇਹ ਕਹਿੰਦੇ ਆ ਹੰਪੀ ਦੀ ਵਸਤੂ ਕਲਾ ਵੱਖ-ਵੱਖ ਪ੍ਰਕਾਰ ਦੀ ਸੀ, ਠੀਕ ਆ। ਸ਼ਾਹੀ ਭਵਨਾਂ ਵਿੱਚ ਮਹਿਰਾਬ ਅਤੇ ਗੁੰਬਦ ਸੀ। ਹੁਣ ਜਿਨ੍ਹਾਂ ਨੂੰ ਮਹਿਰਾਬ ਅਤੇ ਗੁੰਬਦ ਦਾ ਨਹੀਂ ਪਤਾ, ਮੇਰੀਆਂ ਪਿਛਲੀਆਂ ਕਲਾਸਾਂ ਚੈੱਕ ਕਰਕੇ ਆਓ। ਮਹਿਰਾਬ ਬਾਰੇ ਵੀ ਮੈਂ ਦੱਸ ਚੁੱਕੀ ਹਾਂ, ਮਹਿਰਾਬ ਕੀ ਸੀ, ਤੇ ਮਹਿਰਾਬ ਦੀਆਂ ਫੋਟੋਆਂ ਵੀ ਟੈਲੀਗ੍ਰਾਮ ਤੇ ਭੇਜ ਚੁੱਕੀ ਹਾਂ। ਜਿਨ੍ਹਾਂ ਨੇ ਪਹਿਲਾਂ ਕਲਾਸਾਂ ਦੇਖੀਆਂ ਉਹਨਾਂ ਨੂੰ ਪਤਾ ਹੋਊਗਾ। ਕਹਿੰਦੇ ਸਤੰਭਾਂ ਵਾਲੇ ਵਿਸ਼ਾਲ ਕਕਸ਼ ਜਿਨ੍ਹਾਂ ਵਿੱਚ ਮੂਰਤੀਆਂ ਰੱਖਣ ਲਈ ਆਲੇ ਬਣੇ ਹੁੰਦੇ ਸੀ। ਕਿਵੇਂ, ਹੁਣ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਚੌਂਕਿਆਂ ਦੇ ਵਿੱਚ ਆਲੇ ਨਹੀਂ ਸੀ ਬਣੇ ਹੁੰਦੇ ਜਿਨ੍ਹਾਂ ਵਿੱਚ ਮਿੱਟੀ ਦੇ ਦੀਵੇ ਜਗਾਉਂਦੇ ਹੁੰਦੇ ਸੀ। ਕਹਿੰਦੇ ਉਸ ਤਰ੍ਹਾਂ ਮੰਨ ਲਓ ਆ ਕੋਈ ਆਲਾ ਜਿਹਾ ਬਣਿਆ ਤੇ ਇੱਥੇ ਕੋਈ ਮੂਰਤੀ ਜੀ ਰੱਖਣ ਲਈ ਜਗ੍ਹਾ ਬਣੀ ਹੁੰਦੀ ਸੀ ਉਹ ਤਰੀਕੇ ਦੇ ਨਾਲ। ਕਹਿੰਦੇ ਜਿਸ ਵਿੱਚ ਕਮਲ ਅਤੇ ਟੋਂਡੇ ਦੀ ਆਕ੍ਰਿਤੀ ਵਾਲੀ ਮੂਰਤੀ ਕਲਾ ਦੇ ਨਮੂਨੇ ਸਨ। ਟੋਂਡੇ ਕਮਲ, ਠੀਕ ਆ। ਟੋਂਡੇ ਕਮਲ ਕੀ ਆ, ਪੁੱਛਿਆ ਜਾ ਸਕਦਾ। ਪਤਾ ਕਿਵੇਂ ਕੁਐਸਚਨ ਆਉਣਾ, ਕਹਿਣਗੇ ਟੋਂਡੇ ਅਤੇ ਕਮਲ ਹਨ ਮੂਰਤੀ ਕਲਾ ਦੇ ਨਮੂਨੇ, ਏਦਾਂ ਕਰਕੇ ਰੇਸ਼ਮ ਕਲਾ ਦੇ ਨਮੂਨੇ, ਕਪਾਹ ਦੇ ਨਮੂਨੇ, ਏਦਾਂ ਦਾ ਕਰਕੇ ਆਪਸ਼ਨ ਆਉਣਗੀਆਂ। ਬਸ ਤੁਸੀਂ ਯਾਦ ਰੱਖਣਾ ਵਾ ਕਿ ਕਮਲ ਤੇ ਟੋਂਡੇ ਕੀ ਆ, ਇੱਕ ਮੂਰਤੀ ਕਲਾ ਦੇ ਨਮੂਨੇ ਆ, ਠੀਕ ਆ। ਕਹਿੰਦੇ ਕਿ 15ਵੀਂ 16ਵੀਂ ਸਦੀ ਵਿੱਚ ਹੰਪੀ ਕਈ ਵਣਜ ਅਤੇ ਸੰਸਕ੍ਰਿਤੀ ਗਤੀਵਿਧੀਆਂ ਦਾ ਕੇਂਦਰ ਬਣ ਗਿਆ, ਠੀਕ ਆ। 15ਵੀਂ ਤੇ 16ਵੀਂ ਸਦੀ ਵਿੱਚ, ਠੀਕ ਆ, ਯਾਦ ਰੱਖਿਓ, ਪੁੱਛਿਆ ਜਾ ਸਕਦਾ ਸਾਨੂੰ ਇਹ। ਫਿਰ ਕਹਿੰਦੇ ਉਹਨਾਂ ਦਿਨਾਂ ਵਿੱਚ ਹੰਪੀ ਦੇ ਬਾਜ਼ਾਰਾਂ ਵਿੱਚ ਮੁਸਲਿਮ ਸੌਦਾਗਰਾਂ, ਚੇਟੀਓ ਅਤੇ ਪੁਰਤਗਾਲੀਆਂ ਅਤੇ ਯੂਰਪੀ ਵਪਾਰੀਆਂ ਦੇ ਏਜੰਟੇ ਦੀ ਭੀੜ ਲੱਗੀ ਰਹਿੰਦੀ ਸੀ। ਯਾਨੀ ਕਿ ਜਿਹੜੇ ਆ ਹੈਗੇ ਆ ਚੇਟੀਓ ਹੋ ਗਏ, ਪੁਰਤਗਾਲੀ ਹੋ ਗਏ, ਯੂਰਪੀ ਹੋ ਗਏ, ਇਹ ਸਾਰੇ ਕੀ ਆ, ਸੌਦਾਗਰ ਸੀਗੇ। ਕਹਿੰਦੇ ਇਹਨਾਂ ਦੀ ਹੰਪੀ ਦੇ ਬਾਜ਼ਾਰਾਂ ਵਿੱਚ ਭੀੜ ਲੱਗੀ ਰਹਿੰਦੀ ਸੀ, ਠੀਕ ਆ। ਫਿਰ ਇਹ ਕਹਿੰਦੇ ਹਾਂ, ਫਿਰ ਕੀ ਮਤਲਬ ਪ੍ਰਮੁੱਖ ਕੇਂਦਰ ਮੰਦਰ, ਜਿਹੜੇ ਹੰਪੀ ਦੇ ਮੰਦਰ ਸੀ। ਕਿਵੇਂ ਯਾਦ ਰੱਖਣਾ ਵਾ, ਪੁੱਛਿਆ ਜਾ ਸਕੇ ਵੀ ਹੰਪੀ ਦੀ ਸੰਸਕ੍ਰਿਤੀ ਦੇ ਮੁੱਖ ਕੇਂਦਰ ਕੌਣ ਸੀ, ਮੰਦਰ ਸੀ। ਸਿਰਫ ਸੰਸਕ੍ਰਿਤੀ ਦੇ ਪੱਖ ਤੋਂ ਜਿਹੜੇ ਕੇਂਦਰ ਸੀ ਉਹ ਹੰਪੀ ਦੇ ਮੰਦਰ ਸੀ, ਠੀਕ ਆ। ਹੁਣ ਮੰਦਰਾਂ ਦੇ ਵਿੱਚ ਹੁੰਦਾ ਕੀ ਸੀ, ਦੇਵਦਾਸੀਆਂ ਜਿਹੜੀਆਂ ਹੁੰਦੀਆਂ, ਦੇਵਦਾਸੀਆਂ ਨਹੀਂ ਹੁੰਦੀਆਂ ਜਿਹੜੀਆਂ ਡਾਂਸ ਕਰਦੀਆਂ ਹੁੰਦੀਆਂ ਮੰਦਰਾਂ ਦੇ ਵਿੱਚ। ਹਿੰਦੀ ਦੇ ਵਿੱਚ ਲਿਖਿਆ ਹੁੰਦਾ ਵਾ ਨ੍ਰਿਤ ਦਾ ਮਤਲਬ ਹੁੰਦਾ ਵਾ ਕੋਈ ਕਿਸੇ ਦੇਵੀ ਦੇਵਤੇ ਨੂੰ ਖੁਸ਼ ਕਰਨ ਲਈ ਜਿਹੜਾ ਡਾਂਸ ਕੀਤਾ ਜਾਂਦਾ, ਉਹ ਡਾਂਸ। ਕਹਿੰਦੇ ਮੰਦਰਾਂ ਦੇ ਮੂਹਰੇ ਜਿਹੜਾ ਪ੍ਰਵੇਸ਼ ਦੁਆਰ ਹੁੰਦਾ ਸੀ, ਉੱਥੇ ਦੇਵਦਾਸੀਆਂ ਕੀ ਕਰਦੀਆਂ ਸੀ, ਡਾਂਸ ਕਰਦੀਆਂ ਸੀ। ਫਿਰ ਕੀ ਕਹਿੰਦੇ ਮਹਾਨਵਮੀ, ਇੱਕ ਤਿਉਹਾਰ ਦਾ ਨਾਮ ਆ ਮਹਾਨਵਮੀ। ਕਹਿੰਦੇ ਤੇ ਮਹਾਨਵਮੀ ਤਿਉਹਾਰ ਦੱਖਣ ਵਿੱਚ ਨਵਰਾਤਰੀ ਕਹਿਲਾਉਂਦਾ ਹੈ। ਮਹਾਨਵਮੀ ਹੀ ਤਿਉਹਾਰ ਦਾ ਨਾਂ ਜਿਹੜਾ ਸੀ ਉਸ ਸਮੇਂ ਮਹਾਨਵਮੀ ਸੀ। ਇਹੋ ਹੀ ਤਿਉਹਾਰ ਨੂੰ ਅੱਜ ਕੱਲ੍ਹ ਦੱਖਣ ਦੇ ਵਿੱਚ ਕੀ ਕਹਿੰਦੇ ਆ, ਨਵਰਾਤਰੀ ਕਹਿੰਦੇ ਆ। ਕਹਿੰਦੇ ਇਹੋ ਜਿਹੜਾ ਤਿਉਹਾਰ ਸੀ ਹੰਪੀ ਦਾ ਮੁੱਖ ਪੂਰਬ ਮੰਨਿਆ ਜਾਂਦਾ ਸੀ। ਮੁੱਖ ਪੂਰਬ ਯਾਨੀ ਕਿ ਉਸ ਸਮੇਂ ਇਹ ਜਿਹੜਾ ਨਵਰਾਤਰੀ ਦਾ ਤਿਉਹਾਰ ਸੀ, ਮਹਾਨਵਮੀ ਇਹਦਾ ਪੁਰਾਣਾ ਨਾਮ ਆ, ਨਵਾਂ ਨਾਮ ਇਹਦਾ ਨਵਰਾਤਰੀ ਆ। ਕਹਿੰਦੇ ਹੰਪੀ ਦਾ ਪ੍ਰਮੁੱਖ ਤਿਉਹਾਰ ਸੀ ਜਾਂ ਪੂਰਬ ਸੀ, ਯਾਦ ਰੱਖਣਾ ਇਸ ਚੀਜ਼ ਨੂੰ। ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਹੰਪੀ ਦਾ ਜਿਹੜਾ ਵਿਨਾਸ਼ ਆ ਉਹ ਕਿੱਦਾਂ ਹੋਇਆ, ਠੀਕ ਆ। ਸੁਣ ਕੇ ਯਾਦ ਰੱਖ ਲਿਓ। ਕਹਿੰਦੇ ਮੈਂ ਟੈਲੀਗ੍ਰਾਮ ਤੇ ਭੇਜੂੰਗੀ ਪੂਰੀ ਜਿਹੜੀ ਪੰਜਾਬੀ ਮੈਂ ਟਰਾਂਸਲੇਟ ਕੀਤੀ ਆ, ਠੀਕ ਆ। ਕਹਿੰਦੇ ਇਤਿਹਾਸਕਾਰਾਂ ਨੇ ਉਸ ਮਹਾਨਵਮੀ ਮੰਚ ਨੂੰ ਖੋਜ ਲਿਆ ਹੈ। ਵੇਖੋ ਹੁਣ ਪ੍ਰੈਜ਼ੈਂਟ ਦੀ ਗੱਲ ਹੋ ਰਹੀ ਆ। ਇਹ ਜਿਹੜਾ ਮਹਾਨਵਮੀ ਆ ਨਾ, ਮਤਲਬ ਮਹਾਨਵਮੀ ਕੀ ਸੀ, ਜਿੱਥੇ ਰਾਜੇ ਬੈਠ ਕੇ ਉਹਨਾਂ ਦੇਵਦਾਸੀਆਂ ਦਾ ਡਾਂਸ ਵੇਖਦੇ ਸੀ,
ਠੀਕ ਆ। ਤੇ ਰਾਜੇ ਸ਼ਾਸਕ ਦੇ ਨਾਲ ਕੋਈ ਹੋਰ ਜਿਹੜੇ ਵੱਡੀ ਜਾਤੀ ਦੇ ਲੋਕ ਆ, ਪੂਰਵਜ ਆ ਜਿਹੜੇ, ਉਹਦੇ ਕੋਈ ਪੁਰੋਹਿਤ ਆ, ਉਹ ਵੀ ਰਾਜੇ ਦੇ ਨਾਲ ਬੈਠ ਕੇ ਉਹ ਸਾਰਾ ਜਿਹੜਾ ਦੇਵਦਾਸੀਆਂ ਦਾ ਡਾਂਸ ਸੀ ਉਹ ਦੇਖਦੇ ਸੀ। ਫਿਰ ਕੀ ਹੁੰਦਾ ਸੀ, ਉੱਥੇ ਜਿਹੜੇ ਛੋਟੇ ਲੋਕ ਸੀ ਜਿਹੜੇ ਉਹਨਾਂ ਦੇ ਅਧੀਨ ਹੁੰਦੇ ਸੀ ਕੋਈ ਗੁਲਾਮ ਦੀ ਤਰ੍ਹਾਂ, ਉਹ ਰਾਜੇ ਦੇ ਵਾਸਤੇ, ਉਹਦੇ ਪੁਰੋਹਿਤਾਂ ਵਾਸਤੇ ਉਪਹਾਰ ਲੈ ਕੇ ਆਉਂਦੇ ਸੀ। ਉਪਹਾਰ ਯਾਨੀ ਕਿ ਗਿਫਟ ਲੈ ਕੇ ਆਉਂਦੇ ਸੀ। ਦੇਖੋ ਮੈਂ ਪੜ੍ਹ ਕੇ ਸੁਣਾਨੀ ਆ, ਕਹਿੰਦੇ ਕਿ ਉਹਨੂੰ ਖੋਜ ਲਿਆ ਵਾ, ਇਤਿਹਾਸਕਾਰਾਂ ਨੇ ਉਸ ਜਗ੍ਹਾ ਨੂੰ ਖੋਜ ਲਿਆ ਵਾ ਜਿਵੇਂ ਖੰਡਰਾਂ ਦੇ ਰੂਪ ਦੇ ਵਿੱਚ। ਕਹਿੰਦੇ ਜਿੱਥੇ ਰਾਜਾ ਆਪਣੇ ਮਹਿਮਾਨਾਂ ਦਾ ਸਵਾਗਤ ਕਰਦਾ ਸੀ ਉਹ ਵੀ ਜਗ੍ਹਾ ਖੋਜੀ ਜਾ ਚੁੱਕੀ ਆ, ਮਿਲ ਗਈ ਆ। ਅਧੀਨ ਵਿਅਕਤੀਆਂ ਕੋਲੋਂ ਉਪਹਾਰ ਲਿਆ ਕਰਦੇ ਸੀ, ਜਿਹੜੇ ਉਹਨਾਂ ਦੇ ਅਧੀਨ ਵਿਅਕਤੀ ਸੀ, ਜਿਵੇਂ ਮੈਂ ਹੁਣੇ ਦੱਸਿਆ, ਉਹਨਾਂ ਕੋਲੋਂ ਉਪਹਾਰ ਲੈਂਦੇ ਸੀ। ਉੱਥੇ ਬਿਰਾਜਮਾਨ ਹੋ ਕੇ ਰਾਜਾ ਸੰਗੀਤ ਡਾਂਸ ਪ੍ਰੋਗਰਾਮਾਂ ਨੂੰ ਦੇਖਦਾ ਸੀ, ਜਿਹੜੀ ਮੈਂ ਤੁਹਾਨੂੰ ਚੀਜ਼ ਪਹਿਲਾਂ ਦੱਸਤੀ। ਕਹਿੰਦੇ 1565 ਈਸਵੀ ਵਿੱਚ ਦੱਖਣੀ ਸੁਲਤਾਨਾ ਗੋਲਕੁੰਡਾ, ਬੀਜਾਪੁਰ, ਅਹਿਮਦਨਗਰ, ਬਰਾਰ ਅਤੇ ਬੀਦਰ ਦੇ ਸ਼ਾਸਕਾਂ ਦੇ ਹੱਥੋਂ ਵਿਜੇਨਗਰ ਦੀ ਜਿੱਤ ਦੇ ਬਾਅਦ ਹੰਪੀ ਵਿਨਾਸ਼ ਹੋ ਗਿਆ। ਯਾਨੀ ਕਿ 1565, ਯਾਦ ਰੱਖਿਓ, ਪੁੱਛਿਆ ਜਾਵੇ ਹੰਪੀ ਦਾ ਵਿਨਾਸ਼ ਕਦੋਂ ਹੋਇਆ। 1565 ਵਿੱਚ। ਕਿਵੇਂ? ਦੱਖਣ ਦੇ ਸੁਲਤਾਨ ਗੋਲਕੁੰਡਾ, ਬੀਜਾਪੁਰ, ਅਹਿਮਦਨਗਰ, ਬਰਾਰ ਤੇ ਬੀਦਰ ਦੇ ਜਿਹੜੇ ਸ਼ਾਸਕ ਸੀਗੇ, ਉਹਨਾਂ ਦੇ ਹੱਥੋਂ ਉਹਨਾਂ ਨੇ ਕੀ ਕੀਤਾ, ਵਿਜੇਨਗਰ ਨੂੰ ਜਿੱਤ ਲਿਆ, ਕਿਉਂਕਿ ਵਿਜੇਨਗਰ ਦੇ ਕੰਟਰੋਲ ਹੇਠ ਸੀ ਹੰਪੀ। ਠੀਕ ਆ। ਤੇ ਜਦੋਂ ਉਹਨਾਂ ਨੇ ਵਿਜੇਨਗਰ ਨੂੰ ਜਿੱਤ ਲਿਆ, ਕਿਹੜੇ ਕਿਹੜੇ ਸ਼ਾਸਕਾਂ ਨੇ, ਯਾਦ ਰੱਖਿਓ, ਬੀਜਾਪੁਰ, ਗੋਲਕੰਡਾ, ਅਹਿਮਦਨਗਰ, ਬੀਦਰ ਤੇ ਬਰਾਰ। ਠੀਕ ਆ। ਸੌਖੇ ਆ ਨਾਮ, ਟੈਲੀਗ੍ਰਾਮ ਤੇ ਭੇਜੂਗੀ, ਜਿਨ੍ਹਾਂ ਨੇ ਟੈਲੀਗ੍ਰਾਮ ਨਹੀਂ ਜੁਆਇਨ ਕੀਤਾ ਜੁਆਇਨ ਕਰ ਲਓ। ਠੀਕ ਆ। ਯਾਦ ਰੱਖਿਓ ਇਹਨਾਂ ਨੇ ਵਿਜੇਨਗਰ ਨੂੰ ਜਿੱਤ ਲਿਆ ਸੀ, ਜਿਹਦਾ ਕਰਕੇ ਹੰਪੀ ਨਗਰ ਦਾ ਜਿਹੜਾ ਸੀ ਵਿਨਾਸ਼ ਹੋ ਗਿਆ ਸੀ। ਇਹ ਸੀ ਸਾਡੀ ਹੰਪੀ ਦੇ ਬਾਰੇ ਇੰਪੋਰਟੈਂਟ ਚੈਪਟਰ, ਸਾਡਾ 6ਵਾਂ ਹੀ ਚੱਲਦਾ ਪਿਆ ਵਾ। ਠੀਕ ਆ। 3 ਪ੍ਰਮੁੱਖ ਕੇਂਦਰ ਰਹੇ ਸ਼ਿਲਪਕਾਰ ਦੇ ਤੌਰ ਤੇ, ਹੰਪੀ, ਸੂਰਤ, ਮਸੂਲੀਪਟਨਮ, ਜਿਹਦੇ ਵਿੱਚੋਂ ਅਸੀਂ ਹੰਪੀ ਨਗਰ ਬਾਰੇ ਪੜ੍ਹ ਚੁੱਕੇ ਹਾਂ। ਅਗਲੀ ਵੀਡੀਓ ਦੇ ਵਿੱਚ ਅਸੀਂ ਪੜ੍ਹਾਂਗੇ ਸੂਰਤ ਤੇ ਮਸੂਲੀਪਟਨਮ ਦੇ ਬਾਰੇ। ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਕਲਾਸ ਵਧੀਆ ਲੱਗੀ ਤੇ ਲਾਈਕ, ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ। ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।